ਗੁਰਬਾਣੀ ਵਿੱਚ ਸਾਨੂੰ ਥਾਂ ਥਾਂ ਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ, ਪਰ ਇਹ ਸਿਮਰਨ ਸ਼ੁਕਰਾਨੇ ਦੀ ਭਾਵਨਾ ਨਾਲ ਕਰਨਾ ਹੈ, ਸ਼ੁਕਰ ਵਿੱਚ ਰਹਿ ਕੇ। ਪਰ ਸ਼ੁਕਰ ਲਈ ਕੋਈ ਵਜ੍ਹਾ ਹੋਣੀ ਚਾਹੀਦੀ ਹੈ, ਉਹ ਹੈ ਪਰਮਾਤਮਾ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਪ੍ਰਸਾਦ, ਗੁਰਪ੍ਰਸਾਦ ਕਿਹਾ ਗਿਆ ਹੈ। ਗੁਰਪ੍ਰਸਾਦ ਦਾ ਕੋਈ ਇੱਕ ਸਰੂਪ ਨਹੀਂ, ਇਸ ਦੇ ਕਈ ਸਰੂਪ ਹਨ ਤੇ ਕਈ ਤਰ੍ਹਾਂ ਵਿੱਚ ਇਸ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ, ਜਿਸ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਹੰਢਾਉਂਦੇ ਹਾਂ, ਪਰ ਇਸ ਤੋਂ ਅਸੀਂ ਅਣਜਾਣ ਹਾਂ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਪ੍ਰਸਾਦ ਦੇ ਅਨੇਕਾਂ ਰੂਪਾਂ ਨੂੰ ਦਰਸਾਇਆ ਗਿਆ ਹੈ, ਤਾਂ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਸੀਂ ਇਹਨਾਂ ਨੂੰ ਯਾਦ ਕਰਕੇ, ਇਹਨਾਂ ਬਖਸ਼ਿਸ਼ਾਂ ਨੂੰ ਤੇ ਇਸ ਦੇ ਸ਼ੁਕਰਾਨੇ ਵਿੱਚ ਫਿਰ ਪਰਮਾਤਮਾ ਦਾ ਸਿਮਰਨ ਕਰੀਏ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਸੰਸਾਰ ਵਿੱਚ ਪਰਮੇਸ਼ਰ ਬਾਬਤ ਭਿੰਨ-ਭਿੰਨ ਖਿਆਲ, ਕਲਪਨਾਵਾਂ, ਨਿਸ਼ਚੇ ਅਤੇ ਸਰੂਪ ਮੰਨੇ ਗਏ ਹਨ ਤੇ ਆਪੋ ਆਪਣੇ ਮਨੋਕਲਪਿਤ ਸਰੂਪ ਨੂੰ ਰਿਝਾਉਣ ਲਈ ਵੱਖੋ ਵੱਖਰੇ ਕਰਮਕਾਂਡ, ਪਾਠ, ਪੂਜਾ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪਸ਼ੂਆਂ ਦੀ ਕੁਰਬਾਨੀ ਆਮ ਪ੍ਰਚਲਿਤ ਹੈ। ਕਈ ਥਾਈਂ ਦੇਵਤਿਆਂ ਨੂੰ ਰਿਝਾਉਣ ਲਈ ਇਨਸਾਨਾਂ ਦੀ ਵੀ ਬਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੜੀ ਦੁਖਦਾਈ ਗੱਲ ਇਹ ਹੈ ਕਿ ਧਰਮ ਦੇ ਨਾਮ ਤੇ ਭਿਆਨਕ ਲੜਾਈਆਂ ਝਗੜੇ ਹੁੰਦੇ ਹਨ, ਜਿਨ੍ਹਾਂ ਵਿੱਚ ਅਤਿਅੰਤ ਹਿਰਦੇ ਵੇਦਕ, ਅਸਹਿ ਤੇ ਅਕਹਿ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਸਭ ਅਨੋਖੇ ਕਰਮਕਾਂਡ, ਇਹ ਹਿਰਦੇ ਵੇਦਕ ਕੁਰਬਾਨੀਆਂ ਅਤੇ ਘਿਰਣਾਯੋਗ ਜ਼ੁਲਮ ਆਪਣੇ ਇਸ਼ਟ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ, ਜਿਸ ਦਾ ਮਕਸਦ ਆਮ ਤੌਰ ਤੇ ਇਉਂ ਹੁੰਦਾ ਹੈ: ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਜਾਂ ਆਪਣੀ ਨਿੱਜੀ ਗਰਜ਼ਾਂ ਦੀ ਪੂਰਤੀ ਲਈ, ਜਾਂ ਵੈਰ ਜਾਂ ਬਦਲਾ ਲੈਣ ਲਈ, ਜਾਂ ਆਪਣੀ ਮੁਕਤੀ ਜਾਂ ਕਲਿਆਣ ਲਈ। ਪਰਮੇਸ਼ਰ ਨੂੰ ਖੁਸ਼ ਕਰਕੇ ਜਾਂ ਰਿਝਾ ਕੇ ਉਸ ਤੋਂ ਮਿਹਰਾਂ ਜਾਂ ਬਖਸ਼ਿਸ਼ਾਂ ਦੀ ਲਾਲਸਾ ਲਈ ਕੀਤੇ ਇਹ ਫੋਕੇ ਕਰਮਕਾਂਡ, ਇਹ ਕੁਰਬਾਨੀਆਂ ਤੇ ਜ਼ੁਲਮ ਗੁਰਬਾਣੀ ਵਿੱਚ ਵਿਵਰਜਿਤ ਹਨ, ਮਨਾ ਕੀਤੇ ਗਏ ਹਨ ਅਤੇ ਇਹਨਾਂ ਦੀ ਬਹੁਤ ਨਿਖੇਧੀ ਕੀਤੀ ਗਈ ਹੈ। ਮਨਮੁਖ ਹੁਕਮ ਨਾ ਬੁੱਝੈ ਬਪੜੀ, ਨਿਤ ਹੋਮੈ ਕਰਮ ਕਮਾਏ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਪਰਮ ਨਾ ਜਾਏ। ਅੰਤਰੋਂ ਕੁਸਦ ਮਾਇਆ ਮੋਹ ਬੇਦੇ, ਜਿਉ ਹਸਤੀ ਛਾਰ ਉਡਾਏ। जिन उपाय तिसै न चेतै, बिन चेते क्यों सुख पाए। कूर क्रिया उर जो सब ही जग, श्री भगवान को भेद न पाए। सो ये तां होरना धर्मां दा अकीदा है कि वो घालना द्वारा प्रसाद दे पात्र बनना चाहुंदे हन, पर इलाही बख्शिश जां गुरप्रसाद नूं गुरबाणी विच ये होरवें दर्शाया गया है ਅਤੇ इस लेख द्वारा गुरबाणी दी रोशनी विच गुरप्रसाद दी विचार पेश कीती जांदी है। ਗੁਰਪ੍ਰਸਾਦ ਦੇ ਅਖਰੀ ਅਰਥ ਹਨ ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰਬਾਣੀ ਦੇ ਆਦ ਵਿੱਚ ਪਰਮੇਸ਼ਰ ਦੇ ਮੰਗਲਾਚਰਨ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਤੋਂ ਮਗਰੋਂ ਗੁਰਪ੍ਰਸਾਦ ਦਰਜ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਜੋ ਬਾਣੀ ਰਚੀ ਜਾ ਰਹੀ ਹੈ, ਇਹ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੈ। ਇਸੇ ਕਰਕੇ ਧੁਰ ਕੀ ਬਾਣੀ ਨੂੰ ਪਰਮੇਸ਼ਰ ਦੀ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਕਿਹਾ ਗਿਆ ਹੈ ਤੇ ਬਾਣੀ ਵਿੱਚ ਬੇਅੰਤ ਵਾਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਰਤਿਆ ਗਿਆ ਹੈ, ਤਾਂ ਕਿ ਸਾਨੂੰ ਮੁੜ ਮੁੜ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ਬਖਸ਼ਿਸ਼ ਜਾਂ ਦਾਤ ਹੈ, ਜੋ ਕਿ ਸਾਡੇ ਜੀਵਾਂ ਤੇ ਅਕਾਲ ਪੁਰਖ ਨੇ ਤਰੁੱਟ ਕੇ ਸਾਡੇ ਕਲਿਆਣ ਹਿਤ ਰਚੀ ਹੈ, ਤਾਂ ਜੋ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ ਵਿੱਚ ਆਤਮਿਕ ਗਿਆਨ ਤੇ ਇਲਾਹੀ ਉਪਦੇਸ਼ਾਂ ਦੁਆਰਾ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਆਪਣੀ ਸੰਸਾਰਕ ਯਾਤਰਾ ਨੂੰ ਸਫਲ ਕਰ ਸਕੀਏ। ਹਾਂਜੀ, ਸਭ ਤੋਂ ਪਹਿਲੀ ਜਿਹੜੀ ਗੁਰਪ੍ਰਸਾਦ ਦੀ ਦਾਤ ਹੈ ਉਹ ਹੈ ਗੁਰਬਾਣੀ। ਇਹ ਸਤਿਗੁਰਾਂ ਨੇ ਮਿਹਰ ਕਰਕੇ ਸਾਨੂੰ ਬਖਸ਼ੀ, ਤਾਂ ਕਿ ਇਸ ਦੇ ਆਤਮਿਕ ਤਤ ਗਿਆਨ ਤੋਂ ਅਸੀਂ ਜੀਵਨ ਸੇਧ ਲੈ ਕੇ ਆਪਣੀ ਸੰਸਾਰਕ ਯਾਤਰਾ ਨੂੰ ਸਫਲ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਗੁਰ ਪੂਰਾ, ਗੁਰ ਸਤਗੁਰ ਪਰਉਪਕਾਰੀ ਜੀਓ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਗੁਰਪ੍ਰਸਾਦ ਵਰਤਿਆ ਗਿਆ ਹੈ, ਜੋ ਕਿ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਸੋ ਬਖਸ਼ਿਸ਼ ਦੀ ਦਾਤ ਉਹ ਹੈ
जिस ਲਈ ਅਸੀਂ ਕੋਈ ਘਾਲਣਾ ਨਾ ਕੀਤੀ ਹੋਵੇ, ਜਿਸ ਤੇ ਸਾਡੇ ਕਿਸੇ ਕਿਸਮ ਦਾ ਹੱਕ ਨਾ ਹੋਵੇ, ਸਗੋਂ ਨਿਰੋਲ ਦਾਤੇ ਦੀ ਮਿਹਰ ਤੇ ਪਿਆਰ ਦੀ ਦੇਣ ਹੋਵੇ। ਧਿਆਨ ਦੇਣਾ ਜੀ, ਜਿਵੇਂ ਪਿੱਛੇ ਪੜਿਆ ਕਈ ਲੋਕ ਕੁਰਬਾਨੀਆਂ ਦੇ ਕੇ ਗੁਰਪ੍ਰਸਾਦ ਦੇ ਪਾਤਰ ਬਣਨਾ ਚਾਹੁੰਦੇ ਹਨ, ਪਰ ਗੁਰਪ੍ਰਸਾਦ ਅਸਲੀ ਹੈ ਹੀ ਉਹ ਚੀਜ਼ ਜਿਸ ਤੇ ਸਾਡਾ ਨਾ ਕੋਈ ਹੱਕ ਹੋਵੇ ਤੇ ਨਾ ਹੀ ਸਾਡੀ ਕਿਸੇ ਘਾਲਣਾ ਤੇ ਆਧਾਰਿਤ ਹੋਵੇ। ਨਿਰੋਲ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਉਸ ਨੂੰ ਗੁਰਪ੍ਰਸਾਦ ਕਿਹਾ ਜਾਂਦਾ ਹੈ। ਹੁਣ ਦਾਤਾਂ ਤੋਂ ਪਹਿਲੇ ਦਾਤੇ ਵੱਲ ਦੇਖੀਏ, ਕਿਉਂਕਿ ਜਿਹੜੇ ਬਖਸ਼ਿਸ਼ਾਂ ਉਸਨੇ ਰਚੀਆਂ ਹਨ ਉਹ ਪ੍ਰੇਮ ਵਿੱਚ ਆ ਕੇ ਰਚੀਆਂ ਹਨ। ਸੋ ਪਹਿਲਾਂ ਉਸ ਦੇ ਪ੍ਰੇਮ ਸਰੂਪ ਦਾ ਵਰਣਨ ਕਰਾਂਗੇ, ਫਿਰ ਗੁਰਪ੍ਰਸਾਦ ਦੀਆਂ ਦਾਤਾਂ ਦਾ ਜ਼ਿਕਰ। ਪਰਮੇਸ਼ਰ ਨੂੰ ਗੁਰਬਾਣੀ ਵਿੱਚ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ, ਮਾਤਾ, ਪਿਤਾ, ਬੰਧਪ ਆਦਿ ਅਨੇਕਾਂ ਭਾਵਨਾਵਾਂ ਦੇ ਰੰਗਾਂ ਵਿੱਚ ਦੇਖਿਆ ਤੇ ਬਿਆਨਿਆ ਗਿਆ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸ਼ਰਨਾਗਤੀ ਜਾਂ ਕੋ ਨਿਰਮਲ ਜਾਸ। ਇਹਨਾਂ ਸਾਰੀਆਂ ਭਾਵਨਾਵਾਂ ਵਿੱਚ ਪ੍ਰੀਤ, ਪ੍ਰੇਮ, ਪਿਆਰ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ਪ੍ਰੇਮ ਭਾਵਨਾ ਯਾਨੀ ਪਿਰਮ ਰਸ ਦੇ ਮੁਜੱਸਮ ਨੂੰ ਹੀ ਪਰਮੇਸ਼ਰ ਕਿਹਾ ਗਿਆ ਹੈ। ਅਸਲ ਵਿੱਚ ਪਰਮੇਸ਼ਰ ਆਪ ਪ੍ਰੇਮ ਸਰੂਪ ਹੈ, ਇਸੇ ਕਰਕੇ ਪਰਮੇਸ਼ਰ ਨੂੰ ਪ੍ਰਿਆ, ਪ੍ਰੀਤਮ, ਪ੍ਰੇਮ ਪੁਰਖ ਕਿਹਾ ਗਿਆ ਹੈ। ਸਾਡੀ ਦਿਸਣਹਾਰ ਦੁਨੀਆ ਵਿੱਚ ਇਸ ਇਲਾਹੀ ਪਿਰਮ ਰਸ ਦੇ ਪ੍ਰਤੀਬਿੰਬ ਦਾ ਵਿਸ਼ੇਸ਼ ਪ੍ਰਗਟਾਵਾ ਮਾਂ ਦੇ ਹਿਰਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਸ ਲਈ ਇਲਾਹੀ ਪਿਆਰ ਦੇ ਦਰਸਾਉਣ ਲਈ ਇੱਥੇ ਮਾਂ ਪਿਆਰ ਦਾ ਉਦਾਹਰਣ ਠੀਕ ਢੁਕਦਾ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੋਇਆ ਹੈ ਤੇ ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗੁਣ ਨਾ ਚਿਤਾਰਦੀ ਹੋਈ ਆਪਣੇ ਬੱਚੇ ਦੇ ਪਿਆਰ ਦੇ ਰੰਗਣ ਵਿੱਚ ਸਦਾ ਰੰਗੀ ਰਹਿੰਦੀ ਹੈ ਤੇ ਉਸ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ ਹੋਈ ਆਪਣਾ ਆਪਾ ਵਾਰੀ ਜਾਂਦੀ ਹੈ। ਉਸ ਦੀ ਸਦਾ ਹੀ ਸ਼ੁਭਚਿੰਤਕ ਹੋਣ ਕਾਰਨ ਉਸ ਦਾ ਸਦਾ ਹੀ ਭਲਾ ਸੋਚਦੀ, ਲੋਚਦੀ ਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਤਾਂ ਉਸ ਨੂੰ ਸੋਧਣ ਲਈ ਝਾੜ ਝੰਬ ਵੀ ਲੈਂਦੀ ਹੈ, ਪਰ ਫਿਰ ਵੀ ਮਾਂ ਦੇ ਹਿਰਦੇ ਦੀ ਡੂੰਘੀ ਤਹਿ ਵਿੱਚ ਬੱਚੇ ਲਈ ਮਾਂ ਪਿਆਰ ਦੀ ਭਾਵਨਾ ਤੇ ਸ਼ੁਭ ਇੱਛਾਵਾਂ ਉਸੇ ਤਰ੍ਹਾਂ ਸਦੀਵੀ ਤੌਰ ਤੇ ਓਤ-ਪੋਤ ਪ੍ਰਵੇਸ਼ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਉਹ ਬੱਚਾ ਉਸ ਦੀ ਅੰਸ਼ ਹੈ। ਇਸ ਤਰ੍ਹਾਂ ਸਦ ਬਖਸ਼ਿੰਦ, ਸਦਾ ਮਿਹਰਵਾਨਾ ਤੇ ਔਗਣ ਕੋਨਾ ਚਿਤਾਰਦਾ ਵਾਲੇ ਇਲਾਹੀ ਗੁਣਾਂ ਨੂੰ ਮਾਂ ਆਪਣੇ ਬੱਚੇ ਲਈ ਪ੍ਰਗਟਾਉਂਦੀ ਤੇ ਕਮਾਉਂਦੀ ਹੈ, ਜਿਸ ਤੋਂ ਸਾਨੂੰ ਇਹਨਾਂ ਰੱਬੀ ਗੁਣਾਂ ਦੀ ਪਛਾਣ ਆਉਂਦੀ ਹੈ ਤੇ ਇਹਨਾਂ ਦੈਵੀ ਗੁਣਾਂ ਤੇ ਵਿਸ਼ਵਾਸ ਆਉਂਦਾ ਹੈ। ਇਹ ਇਲਾਹੀ ਗੁਣ, ਪਿਆਰ, ਬਖਸ਼ਿਸ਼, ਇਹ ਔਗੁਣ ਨਾ ਚਿਤਾਰਨਾ ਤੇ ਆਪਾ ਵਾਰਨਾ ਆਦਿ ਪਰਮੇਸ਼ਰ ਨੇ ਮਾਂ ਦੇ ਹਿਰਦੇ ਵਿੱਚ ਅਤ ਡੂੰਘੇ ਤੇ ਬਹੁਲਤਾ ਵਿੱਚ ਇਸ ਲਈ ਪ੍ਰਵੇਸ਼ ਕੀਤੇ ਹਨ ਕਿ ਮਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਹਨਾਂ ਦੀਆਂ ਅਣਗਹਿਲੀਆਂ, ਉਣਤਾਈਆਂ, ਗਲਤੀਆਂ ਤੇ ਸ਼ਰਾਰਤਾਂ ਦੇ ਖਿੜੇ ਮੱਥੇ ਤੇ ਪਿਆਰ ਨਾਲ ਪਾਲ ਸਕੇ ਤੇ ਉਹ ਜੀਵਨ ਦੇ ਬਿਖੜੇ ਖੇਤਰ ਵਿੱਚ ਵਿਚਰਨ ਤੇ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਇਸ ਤੋਂ ਇਲਾਵਾ ਜਦ ਕਦੇ ਬੱਚਾ ਮਾਂ ਵੱਲ ਤੱਕਦਾ ਹੈ ਤਾਂ ਜਾਂ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ ਜਾਂ ਪਿਆਰ ਦਾ ਕਿਸੇ ਕਿਸਮ ਦਾ ਪ੍ਰਗਟਾਵਾ ਕਰਦਾ ਹੈ ਤਾਂ ਮਾਂ ਦਾ ਸਹਿਜ ਪਿਆਰ ਉਛਲ ਆਉਂਦਾ ਹੈ ਤੇ ਮਾਂ ਦਾ ਕੋਮਲ ਹਿਰਦਾ ਮਾਂ ਪਿਆਰ ਨਾਲ ਡੁੱਲ ਪੈਂਦਾ ਹੈ ਤੇ ਉਹ ਬੱਚੇ ਨੂੰ ਚੁੰਮ ਚੱਟ ਕੇ, ਲਾਡ ਲਡਾ ਕੇ ਅਤ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿੱਚੋਂ ਬੇਅੰਤ ਸ਼ੁਭ ਇੱਛਾਵਾਂ ਤੇ ਅਸੀਸਾਂ ਫੁੱਟ ਕੇ ਨਿਕਲਦੀਆਂ ਹਨ। ਸੋ ਮਾਂ ਦੇ ਇਹੋ ਜਿਹੇ ਅਨੋਖੇ ਤੇ ਸੂਖਮ ਪਿਆਰ ਨੂੰ ਨਦਰੀ ਨਿਹਾਲ ਕਿਹਾ ਜਾ ਸਕਦਾ ਹੈ। ਇਹ ਦੁਨਿਆਵੀ ਮਾਂ ਪਿਆਰ ਜੋ ਕਿ ਮਨੁੱਖਾਂ ਤੋਂ ਇਲਾਵਾ ਹੋਰ ਜਾਨਵਰਾਂ, ਪਰਿੰਦਿਆਂ ਵਿੱਚ ਵੀ ਦੇਖਿਆ ਗਿਆ ਹੈ ਕਿ ਸਿਰਫ ਆਪਣੇ ਜਾਏ ਬੱਚੇ ਲਈ ਹੁੰਦਾ ਹੈ ਤੇ ਇਸ ਵਿੱਚ ਮੈਂ ਮੇਰੀ ਦੇ 3 ਗੁਣਾਂ ਦੀ ਰੰਗਤ ਹੁੰਦੀ ਹੈ। ਇਸ ਲਈ ਇਹ ਮਾਂ ਪਿਆਰ ਅਧੂਰਾ ਅਤੇ ਸੀਮਤ ਹੈ। ਇਹ ਤਾਂ ਉਦਾਹਰਣ ਵਜੋਂ ਵਰਤਿਆ ਗਿਆ ਹੈ ਪਰਮਾਤਮਾ ਦੇ ਪਿਆਰ ਨੂੰ ਸਮਝਣ ਲਈ, ਪਰ ਇਹ ਜਿਹੜਾ ਮਾਂ ਦਾ ਪਿਆਰ ਹੈ ਇਹ ਅਧੂਰਾ ਹੈ, ਇਹ ਸੀਮਤ ਹੈ, ਕਿਉਂਕਿ ਸਿਰਫ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ, ਹੋਰਾਂ ਨੂੰ ਨਹੀਂ। ਅਤੇ ਇਹ ਨਿਰਮਲ ਇਲਾਹੀ ਪਿਆਰ ਨਹੀਂ ਕਿਹਾ ਜਾ ਸਕਦਾ। ਇਸੇ ਲਈ ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਵਿੱਚ ਮੋਹ ਕਿਹਾ ਗਿਆ ਹੈ, ਜਿਸ ਦੇ ਬੰਧਨਾਂ ਵਿੱਚ ਫਸਣ ਤੋਂ ਸਾਨੂੰ ਤਾੜਨਾ ਕੀਤੀ ਗਈ ਹੈ। ਕਿਉਂਕਿ ਸੀਮਤ ਪਿਆਰ ਹੈ, ਇਸ ਲਈ ਇਹ ਮੋਹ ਹੈ ਤੇ ਮੋਹ ਤੋਂ ਤਾਂ ਸਾਨੂੰ ਬਚਣ ਦੀ ਆਗਿਆ ਹੈ। ਫਿਰ ਵੀ ਕਾਇਨਾਤ ਵਿੱਚ ਇਹ ਮਾਂ ਪਿਆਰ ਸੂਖਮ ਤੋਂ ਨਿਰਮਲ ਇਲਾਹੀ ਪਿਆਰ ਦਾ ਢੁਕਵਾਂ ਤੇ ਸੋਹਣਾ ਬਾਰਮੁਖੀ ਪ੍ਰਤੀਕ ਅਤੇ ਪ੍ਰਗਟਾਵਾ ਹੈ।
ਸੋ ਮਾਂ ਪਿਆਰ ਦੀ ਉੱਪਰਲੀ ਉਦਾਹਰਣ ਕੇਵਲ ਸਾਡੀ ਮੋਟੀ ਠੁੱਲੀ ਬੁੱਧੀ ਦੇ ਸਮਝ ਗੋਚਰੀ ਕਰਨ ਲਈ ਦਿੱਤੀ ਗਈ ਹੈ, ਪਰ ਇਹ ਮੋਹ ਰੂਪ ਪਿਆਰ ਹੈ ਜੋ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਅਤੇ ਸੀਮਤ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਪਰਮੇਸ਼ਰ ਰੂਪੀ ਮਾਂ, ਇਲਾਹੀ ਮਾਤਾ ਦੇ ਨਿਰਮਲ, ਪੂਰਨ, ਅਥਾਹ, ਅਗੋਚਰ ਤੇ ਅਸਚਰਜ ਪਿਆਰ ਦੀ ਬਾਬਤ ਵਿਚਾਰ ਕਰੀ। ਪਰਮੇਸ਼ਰ ਨੂੰ ਬਾਣੀ ਵਿੱਚ ਅਨੇਕਾਂ ਰੰਗਾਂ ਜਾਂ ਭਾਵਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ, ਜਿਹਾ ਕਿ ਮਾਤਾ, ਪਿਤਾ, ਪ੍ਰਿਆ, ਪ੍ਰੇਮ ਪੁਰਖ ਆਦਿ। ਇੱਥੇ ਅਸੀਂ ਸਿਰਫ ਪਰਮੇਸ਼ਰ ਦੀ ਮਾਤਾ ਭਾਵਨਾ ਦੀ ਬਾਬਤ ਵਿਚਾਰ ਕਰ ਰਹੇ ਹਾਂ। ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚ ਮਾਂ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਹੀ ਉਸ ਦਾ ਆਪਣੇ ਬੱਚੇ ਨਾਲ ਇੰਨਾ ਡੂੰਘਾ ਤੇ ਤੀਬਰ ਪਿਆਰ ਹੁੰਦਾ ਹੈ। ਇਹ ਦੁਨਿਆਵੀ ਮਾਂ ਪਿਆਰ ਵੀ ਇਲਾਹੀ ਮਾਂ ਪਿਆਰ ਦਾ ਧੁੰਦਲਾ ਜਿਹਾ ਪ੍ਰਤੀਬਿੰਬ ਹੈ। ਸੋ ਪਰਮੇਸ਼ਰ ਨੇ ਵੀ ਆਪਣੀ ਮੌਜ ਵਿੱਚ ਆਪਣੀ ਇਲਾਹੀ ਸ਼ਕਤੀ ਕੁਆਉ ਦੁਆਰਾ ਇਲਾਹੀ ਖੇਲਣ ਲਈ ਦੇਖਣ ਕੋ ਪਰਪੰਚ ਕੇ ਅਨਸਾਰ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਰਚ ਦਿੱਤੀ ਤੇ ਉਸ ਵਿੱਚ ਆਪਣੀ ਜੋਤ ਰੱਖ ਕੇ ਕੁਦਰਤ ਦੁਆਰਾ ਉਪਜਾਵਣ, ਸਾਂਭਣ ਅਤੇ ਚਲਾਉਣ ਲਈ ਤ੍ਰੈ ਗੁਣਾਂ ਦੀ ਮਾਇਆ ਰਚ ਦਿੱਤੀ, ਜੋ ਕਿ ਉਸ ਦੇ ਇਲਾਹੀ ਕਾਨੂੰਨ, ਉਸ ਦੀ ਰਜ਼ਾ ਜਾਂ ਹੁਕਮ ਵਿੱਚ ਸਹਿਜੇ ਹੀ ਚੱਲ ਰਹੀ ਹੈ। ਜੇਕਰ ਇਸ ਮਾਦੀ ਦੁਨੀਆ ਵਿੱਚ ਉਸ ਦੀ ਜੋਤ ਨਾ ਹੁੰਦੀ ਤੇ ਕਾਇਨਾਤ ਨੂੰ ਸਾਂਭਣ ਤੇ ਚਲਾਉਣ ਲਈ ਇਲਾਹੀ ਹੁਕਮ ਨਾ ਹੁੰਦਾ, ਤਾਂ ਮਾਦੀ ਨਿਰਜੀਵ ਦੁਨੀਆ ਅਵਸ਼ ਬੇਮੁਹਾਰੇ ਹੀ ਆਪਸ ਵਿੱਚ ਟਕਰਾ ਕੇ ਤਬਾਹ ਹੋ ਜਾਂਦੀ। ਇਹ ਕਾਨੂੰਨ ਹੈ ਪਰਮਾਤਮਾ ਦਾ ਹੁਕਮ ਜੋ ਸੰਸਾਰ ਨੂੰ ਚਲਾ ਰਿਹਾ ਹੈ। ਜੇ ਇੱਕ ਸੈਕਿੰਡ ਵੀ ਸੂਰਜ ਦੀ ਚਾਲ ਵਿੱਚ ਫਰਕ ਪੈ ਜਾਵੇ, ਸਾਰੀ ਦੁਨੀਆ ਤਬਾਹ ਹੋ ਜਾਏ। ਪਰ ਇਹ ਕੋਈ ਨਿਯਮ ਹੈ ਪਰਮਾਤਮਾ ਦਾ, ਜਿਹੜੀ ਸ੍ਰਿਸ਼ਟੀ ਨੂੰ ਕਿਸੇ ਬੈਲੈਂਸ ਵਿੱਚ ਰੱਖਦਾ ਹੈ। ਸੋ ਕੁਦਰਤ ਦੀ ਹਰ ਸ਼ੈ ਕਿਸੇ ਅਟਲ, ਅਭੁੱਲ ਅਤੇ ਪੂਰਨ ਹੁਕਮ ਦੀ ਤਾਰ ਵਿੱਚ ਪਰੋਤੀ ਹੋਈ ਸਹਿਜੇ ਹੀ ਆਪੋ ਆਪਣਾ ਫਰਜ਼ ਅਦਾ ਕਰ ਰਹੀ ਹੈ। ਇਸੇ ਤਰ੍ਹਾਂ ਜੁਗਾ ਜੁਗਾਂਤਰਾਂ ਤੋਂ ਇਲਾਹੀ ਹੁਕਮ ਵਿੱਚ ਇਹ ਕਾਇਨਾਤ ਚਲਦੀ ਆਈ ਹੈ, ਚੱਲ ਰਹੀ ਹੈ ਤੇ ਚਲਦੀ ਰਹੇਗੀ। ਜਿਸ ਤਰ੍ਹਾਂ ਸੂਰਜ ਤੋਂ ਧੁੱਪ ਉਪਜਦੀ ਹੈ ਤੇ ਧੁੱਪ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਹਨ, ਅਥਵਾ ਗਰਮੀ ਵੀ, ਰੋਸ਼ਨੀ, ਸ਼ਕਤੀ, ਜੀਵਨ ਸਤਾ ਆਦਿ। ਪਰ ਇਹਨਾਂ ਗੁਣਾਂ ਵਿੱਚੋਂ ਗਰਮੀ ਵਿਸ਼ੇਸ਼ ਗੁਣ ਹੈ, ਜਿਸ ਤੋਂ ਬਾਕੀ ਸਾਰੇ ਗੁਣ ਆਪਣੀ ਸਤਿਆ ਜਾਂ ਜੀਵਨ ਰੌਂ ਲੈਂਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸੂਰਜ ਵਿੱਚ ਗਰਮੀ ਮੁੱਖ ਕਾਰਨ ਸਤਾ ਹੈ, ਜਿਸ ਤੋਂ ਬਾਕੀ ਸਾਰੇ ਗੁਣ ਤਾਣ, ਸਤਿਆ ਜਾਂ ਜੀਵਨ ਲੈਂਦੇ ਹਨ। ਇਸੇ ਤਰ੍ਹਾਂ ਦੁਨਿਆਵੀ ਮਾਂ ਪਿਆਰ ਜਾਂ ਮੋਹ ਵਿੱਚੋਂ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਉਦਮ, ਕੁਰਬਾਨੀ, ਆਪਾ ਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ ਅਤੇ ਬੱਚੇ ਦੇ ਪਾਲਣ ਪੋਸ਼ਣ, ਸੁਖ, ਆਰਾਮ, ਭਲਾਈ ਤੇ ਪ੍ਰਫੁੱਲਤਾ ਲਈ ਸ਼ੁਭ ਇੱਛਾਵਾਂ ਤੇ ਅਸੀਸਾਂ ਮਾਂ ਦੇ ਮਨ ਚਿਤ ਅੰਤਸ਼ਕਰਣ ਵਿੱਚ ਤਸ-ਵਸ ਰਸ ਕੇ ਸਹਿਜ ਸੁਭਾਏ ਉਪਜਦੇ ਤੇ ਪ੍ਰਗਟ ਹੁੰਦੇ ਰਹਿੰਦੇ ਹਨ। ਇਸ ਤੋਂ ਜ਼ਾਹਰ ਹੈ ਕਿ ਮਾਂ ਪਿਆਰ ਦੀ ਭਾਵਨਾ ਵਿੱਚੋਂ ਹੀ ਬੱਚੇ ਦੀ ਭਲਾਈ ਲਈ ਸਾਰੇ ਗੁਣ ਅਤੇ ਖਿਆਲ ਉਪਜਦੇ ਹਨ, ਜਿਸ ਨਾਲ ਬੱਚੇ ਦੀ ਪਾਲਣਾ ਤੇ ਪ੍ਰਫੁੱਲਤਾ ਹੁੰਦੀ ਰਹਿੰਦੀ ਹੈ। ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ ਤੇ ਉਹਨਾਂ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਉਸ ਦੀਆਂ ਰੀਝਾਂ ਤੇ ਪਿਆਰ ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿੱਚ ਰਹਿੰਦਾ ਹੈ। ਤੇ ਜਦੋਂ ਬੱਚਾ ਸਿਆਣਾ, ਆਪ ਹੁਦਰਾ ਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ, ਤਾਂ ਉਹ ਮਾਂ ਪਿਆਰ ਦੇ ਨਿੱਘ ਅਤੇ ਸ਼ੁਭ ਇੱਛਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਤੇ ਠੋਕਰਾਂ ਖਾਂਦਾ ਹੈ। ਇਸ ਲਈ ਉਹ ਖੁਦ ਹੀ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ, ਤਾਂ ਉਹ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ। ਭਾਵੇਂ ਬੱਚਾ ਮਾਂ ਨੂੰ ਭੁਲਾ ਦੇ ਜਾਂ ਕੋਈ ਔਗਣ ਕਰੇ ਜਾਂ ਆਪ ਹੁਦਰਾ ਹੋ ਜਾਏ, ਪਰ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੀਆਂ ਹਨ। ਤੇ ਜਦ ਵੀ ਉਹ ਬੱਚਾ ਆਪਣੀ ਸਿਆਣਪ ਤੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮਾਂ ਕੋਲ ਵਾਪਸ ਆਉਂਦਾ ਹੈ, ਤਾਂ ਮਾਂ ਉਸ ਨੂੰ ਫਿਰ ਗੱਲ ਨਾਲ ਲਾਉਂਦੀ ਹੈ ਤੇ ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕ੍ਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਮੈਂ ਮੇਰੀ ਵਿੱਚ ਆ ਕੇ ਅਸੀਂ ਜੋ ਉਸ ਪਰਮਾਤਮਾ ਦੀ ਆਪਣੀ ਅੰਸ਼ ਹਾਂ,
या दूजे भाव विच आके या माया दी लपेट विच आके या काम क्रोध लोभ मोह हंकार आदिकां दे वस पै के अणगहली करदे हां तां असीं उस परमात्मा दे प्यार तो मूंह मोड़दे हां, तां उस सदबख्शिंद इलाही माता दे प्रसाद तो सखणे रह जांदे हां। पर फिर भी जे इहो जी जग्यासू दी आत्मा सत्संग द्वारा किसी तरह जाग पवे ते ਉਹ ठगणी माया दे जाल विचों निकलण लई जां परमात्मा दी जां इलाही माता दी शरण आवे तां ਉਹ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾही ਮਾਤਾ ਉਸ ਤੇ ਮਿਹਰਬਾਨ ਹੁੰਦੀ ਹੈ ਤੇ ਫਿਰ ਉਸ ਨੂੰ ਇਹ ਸਭ ਰੰਗ ਰਸ ਰੂਪ ਆਦि ਮਾਣ ਸਕਣ ਦੀ ਬਖਸ਼ਿਸ਼ ਕਰਦੀ ਹੈ। ਹਾਂਜੀ, ਕਿਤਨਾ ਪਿਆਰਾ ਹੈ ਕਿ ਅਸੀਂ ਇਹੋ ਜਿਹੀਆਂ ਹਰਕਤਾਂ ਵੀ ਕਰਦੇ ਹਾਂ ਜਿਹੜੀਆਂ ਵਰਣਨ ਯੋਗ ਵੀ ਨਹੀਂ, ਪਰ ਇਤਨੀ ਗੰਦਗੀ ਕਰਨ ਦੇ ਬਾਵਜੂਦ ਜਦੋਂ ਫਿਰ ਅਸੀਂ ਉਸ ਦੀ ਸ਼ਰਨ ਆਉਂਦੇ ਹਾਂ ਉਹੀ ਜਿਹਾ ਪਿਆਰ ਉਹ ਮਿੱਠਾ ਰੰਗ ਰਸ ਦੁਬਾਰਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ, ਜੋ ਤੇਰੀ ਸ਼ਰਨਾਈ ਹਰ ਜੀਓ ਤਿਨ ਕੀ ਕਰੈ ਪ੍ਰਤਪਾਲ। ਇਹ ਤਾਂ ਸੀ ਪਰਮਾਤਮਾ ਦਾ ਸਰੂਪ, ਕਿਉਂਕਿ ਉਹ ਪ੍ਰੇਮ ਸਰੂਪ ਹੈ। ਇਸ ਦਾ ਵਰਣਨ ਇਸ ਲਈ ਕੀਤਾ ਗਿਆ ਹੈ ਕਿ ਹੁਣ ਜਿਤਨੀਆਂ ਬਖਸ਼ਿਸ਼ਾਂ ਦਾ ਅਸੀਂ ਜ਼ਿਕਰ ਕਰਾਂਗੇ ਉਸ ਦੇ ਪਿੱਛੇ ਇਹੀ ਪਿਆਰ ਭਾਵਨਾ ਪਰਮਾਤਮਾ ਦੀ ਕੰਮ ਕਰ ਰਹੀ ਹੈ। ਸੋ ਹੁਣ ਫਿਰ ਅਸੀਂ ਗੁਰਪ੍ਰਸਾਦ ਵੱਲ ਆਈਏ। ਕਾਦਰ ਨੇ ਆਪਣੇ ਕਵਾਵ ਨਾਲ ਜਲ ਥਲ ਹਵਾ ਆਕਾਸ਼ ਅਤੇ ਪਾਤਾਲ ਵਿੱਚ ਇਹ ਬਨਸਪਤੀ ਪਸ਼ੂ ਪੰਛੀ ਅਤੇ ਕੀਟ ਪਤੰਗਿਆਂ ਦੇ ਰੂਪ ਵਿੱਚ ਅਨੇਕ ਭਾਂਤ ਦੀ ਇਹ ਕੁਦਰਤ ਰਚੀ। ਫਿਰ ਰਚੀ ਨਹੀਂ ਸਗੋਂ ਇਸ ਨੂੰ ਭਾਂਤ ਭਾਂਤ ਦੇ ਅਨੇਕਾਂ ਰੰਗਾਂ ਖੁਸ਼ਬੂਆਂ ਸਵਾਦਾਂ ਸੂਰਤਾਂ ਅਤੇ ਆਕਾਰਾਂ ਵਿੱਚ ਰਜ ਰਜ ਕੇ ਸ਼ਿੰਗਾਰਿਆ। ਕੀ ਇਹ ਸਭ ਕਰਤੇ ਦਾ ਪ੍ਰਸਾਦ ਨਹੀਂ? ਜਿਵੇਂ ਅਨੇਕਾਂ ਪ੍ਰਕਾਰ ਦੇ ਬੇਹੱਦ ਖੂਬਸੂਰਤ ਫੁੱਲਾਂ ਵਿੱਚੋਂ ਜੇਕਰ ਅਸੀਂ ਕਿਸੇ ਵੀ ਫੁੱਲ ਦੀ ਖੂਬਸੂਰਤੀ ਦਾ, ਉਸ ਦੇ ਰੰਗਾਂ ਦਾ, ਉਸ ਦੀ ਖੁਸ਼ਬੂ ਦਾ ਅਤੇ ਉਸ ਉੱਤੇ ਝੂਮ ਝੂਮ ਕੇ ਬਾਵਰੇ ਹੁੰਦੇ ਭੌਰੇ ਦਾ ਦ੍ਰਿਸ਼ ਅਤੇ ਸ਼ਹਿਦ ਦੀ ਮੱਖੀ ਵਾਂਗ ਉਸ ਵਿਚਲੇ ਰਸ ਨੂੰ ਨਹੀਂ ਮਾਣਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਗੁਰਪ੍ਰਸਾਦ ਨਹੀਂ ਹੈ। ਸਗੋਂ ਸਾਡੀ ਆਪਣੀ ਸਿਆਣਪ ਅਤੇ ਮੈਲ ਕਰਕੇ ਅਸੀਂ ਉਪਰੋਕਤ ਦਾਤਾਂ ਤੇ ਬਖਸ਼ਿਸ਼ਾਂ ਨਹੀਂ ਮਾਣਦੇ ਤੇ ਆਪਣੇ ਆਪ ਹੀ ਇਸ ਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ। ਇਸੇ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਫਲਾਂ ਵਿੱਚ ਉਹ ਰਸ ਰੂਪ ਹੋ ਕੇ ਆਪਣਾ ਪ੍ਰਸਾਦ ਦੇ ਰਿਹਾ ਹੈ। ਪਰ ਅਸੀਂ ਕਿੰਨੇ ਕੁ ਵਾਰੀ ਕਦੇ ਕੋਈ ਫਲ ਖਾਣ ਤੋਂ ਪਹਿਲਾਂ ਉਸ ਦੀ ਸ਼ਕਲ ਸੂਰਤ ਦੀ ਖੂਬਸੂਰਤੀ ਨੂੰ ਮਾਣਦੇ ਹਾਂ ਜਾਂ ਉਸ ਦੇ ਰੰਗਾਂ ਨੂੰ ਮਾਣਦੇ ਹਾਂ। ਸਗੋਂ ਬਹੁਤੀ ਵਾਰੀ ਤਾਂ ਜੀਭ ਰਸ ਅਥਵਾ ਖਾਣ ਦਾ ਸਵਾਦ ਵੀ ਚੰਗੀ ਤਰ੍ਹਾਂ ਨਹੀਂ ਮਾਣਦੇ। ਕਿ ਇਸ ਸਭ ਕੁਝ ਨਾਲ ਉਸ ਵੱਲੋਂ ਲਗਾਤਾਰ ਕੀਤੀ ਜਾਂਦੀ ਬਖਸ਼ਿਸ਼ ਅਥਵਾ ਗੁਰਪ੍ਰਸਾਦ ਤੋਂ ਅਸੀਂ ਆਪਣੇ ਆਪ ਨੂੰ ਸਖਣਾ ਨਹੀਂ ਕਰ ਲੈਂਦੇ। ਸੋ ਇਹ ਸ਼ਿੰਗਾਰੀ ਹੋਈ ਸ੍ਰਿਸ਼ਟੀ ਤੇ ਇਹ ਜਿਹੜੇ ਰਸ ਹਨ ਫਲਾਂ ਦੇ ਵਿਚਕਾਰ, ਇਹ ਸਭ ਪਰਮਾਤਮਾ ਦਾ ਪ੍ਰਸਾਦ ਹੈ, ਉਸ ਦੀ ਗੁਰਪ੍ਰਸਾਦ ਹੈ। ਇੱਕ ਹੋਰ ਗੁਰਪ੍ਰਸਾਦ ਦਾ ਸਰੂਪ ਕਿ ਮਾਂ ਬੱਚੇ ਦੇ ਮਾਨਸਿਕ ਅਤੇ ਸਰੀਰਕ ਸੰਬੰਧ ਵਿੱਚ ਪਿਆਰ ਭਾਵਨਾ ਦੀ ਤਾਰ ਹਮੇਸ਼ਾ ਵਗ ਰਹੀ ਹੈ, ਜੋ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਬੇਸ਼ੱਕ ਛੁਪੀ ਹੁੰਦੀ ਹੈ ਪਰ ਬਾਅਦ ਵਿੱਚ ਬੱਚੇ ਦੇ ਰੁੱਸਣ ਜਾਂ ਬੇਮੁਖ ਹੋ ਜਾਣ ਤੇ ਵੀ ਨਹੀਂ ਮਿਟਦੀ। ਜਦੋਂ ਬੱਚਾ ਜਨਮ ਨਹੀਂ ਲੈਂਦਾ ਤਦ ਤੱਕ ਮਾਂ ਨੂੰ ਪਿਆਰ ਪਤਾ ਨਹੀਂ ਹੁੰਦਾ ਕਿ ਮਾਂ ਪਿਆਰ ਕਿਹੋ ਜਿਹਾ ਹੈ, ਪਰ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਦੇ ਅੰਤਰ ਆਤਮਾ ਵਿੱਚੋਂ ਪਿਆਰ ਫੁੱਟ ਪੈਂਦਾ ਹੈ ਤੇ ਬਾਅਦ ਵਿੱਚ ਫਿਰ ਜਦੋਂ ਬੱਚਾ ਬੇਮੁਖ ਵੀ ਹੋ ਜਾਏ ਉਹ ਪਿਆਰ ਮਿਟ ਨਹੀਂ ਸਕਦਾ। ਦੂਜੇ ਸ਼ਬਦਾਂ ਵਿੱਚ ਮਾਂ ਪਿਆਰ ਦੀ ਭਾਵਨਾ ਦੀ ਹੋਂਦ ਸਦੀਵੀ ਤਾਂ ਹੈ ਪਰ ਤ੍ਰੈ ਗੁਣਾਂ ਦੇ ਕਾਨੂੰਨ ਜਾਂ ਕਾਰਨ ਤੋਂ ਪਰੇ ਨਹੀਂ ਹੈ, ਕਿਉਂਕਿ ਸੀਮਤ ਪਿਆਰ ਹੈ। ਫਿਰ ਵੀ ਮਾਂ ਦਾ ਹਿਰਦਾ ਸਦਬਖਸ਼ਿਨ ਤੇ ਸਦਾ ਮਿਹਰਬਾਨਾ ਹੈ ਤੇ ਉਸ ਦੀ ਆਪਣੇ ਬੱਚੇ ਪ੍ਰਤੀ ਇਹ ਭਾਵਨਾ ਕਿਸੇ ਵੀ ਕਾਰਨ ਕਰਕੇ ਮਿਟ ਨਹੀਂ ਸਕਦੀ। ਇਸੇ ਕਰਕੇ ਇਸ ਮਾਂ ਪਿਆਰ ਦੀ ਭਾਵਨਾ ਦੀ ਖੁਸ਼ਬੂ ਦੇ ਪ੍ਰਗਟਾਵੇ ਨੂੰ ਬਖਸ਼ਿਸ਼ ਮਿਹਰ ਪ੍ਰਸਾਦ ਕਿਹਾ ਜਾ ਸਕਦਾ ਹੈ। ਸਾਰੀਆਂ ਮਾਵਾਂ ਦੇ ਹਿਰਦੇ ਅੰਦਰ ਇਸ ਮਾਂ ਪਿਆਰ ਜਾਂ ਮੋਹ ਦੀ ਦਾਤ ਪਰਮੇਸ਼ਰ ਦੀ ਬਖਸ਼ਿਸ਼ ਹੈ। ਧਿਆਨ ਦੇਣਾ ਜੀ, ਕਿਉਂਕਿ ਜੇ ਮੋਹ ਨਾ ਹੁੰਦਾ ਤਾਂ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਿਵੇਂ ਹੁੰਦੀ। ਖੂਨਖਾਰ ਜਾਨਵਰਾਂ ਨੂੰ ਵੀ ਅਸੀਂ ਦੇਖਦੇ ਹਾਂ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਲਾਡ ਨਾਲ ਪਾਲਦੇ ਹਨ। ਸੋ ਇਹ ਜਿਹੜਾ ਮੋਹ ਸਾਰੀ ਕਾਇਨਾਤ ਦੇ ਮਾਵਾਂ ਦੇ ਹਿਰਦੇ ਵਿੱਚ ਪ੍ਰਵੇਸ਼ ਹੈ, ਇਹ ਵੀ ਪਰਮਾਤਮਾ ਦੀ ਬਖਸ਼ਿਸ਼ ਹੈ। ਇਸ ਲਈ ਅੰਤਰੀਵ ਤੌਰ ਤੇ ਪਰਮੇਸ਼ਰ ਹੀ ਅਸਲੀ ਮੁੱਢਲੀ ਤੇ ਇਲਾਹੀ ਮਾਤਾ ਹੈ ਤੇ ਇਹ ਇਲਾਹੀ ਮਾਤਾ ਹੀ ਸਾਰਿਆਂ ਜੀਵਾਂ ਨੂੰ ਅਰਥਾਤ ਆਪਣੇ ਉਪਜਾਏ ਅੰਸ਼ ਨੂੰ ਆਪਣੇ ਇਲਾਹੀ ਅਮੁਕ ਅਟਲ ਅਤੇ ਸਦੀਵੀ ਪਿਆਰ ਨਾਲ ਲਾਡ ਲਡਾਉਂਦੀ ਖੇਲ ਖਿਲਾਉਂਦੀ ਸਦ ਬਖਸ਼ਿਨ ਸਦਾ ਮਿਹਰਬਾਨ ਅਵਗਣ ਕੋ ਨਾ ਚਿਤਾਰੇ ਅਣਮੰਗਿਆ ਦਾਨ ਬਖਸ਼ਦੀ ਰਹਿੰਦੀ ਹੈ।
ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਕਿਹਾ ਗਿਆ ਹੈ, ਕਿਉਂਕਿ ਇਹ ਪ੍ਰਸਾਦ ਜਾਂ ਬਖਸ਼ਿਸ਼ ਸਾਡੀ ਕਿਸੇ ਕਾਲਣਾ ਜਾਂ ਕਰਤਵ ਤੇ ਆਧਾਰਿਤ ਨਹੀਂ ਹੈ। ਅਸੀਂ ਕੀ ਕਾਲਣਾ ਕਾਲੀ ਮੋਹ ਨੂੰ ਉਪਜਾਉਣ ਲਈ, ਇਹ ਆਪਣੇ ਆਪ ਹੀ ਪਰਮਾਤਮਾ ਨੇ ਸਾਡੇ ਅੰਦਰ ਪ੍ਰਵੇਸ਼ ਕੀਤਾ। ਇਹ ਤਾਂ ਪ੍ਰੇਮ ਸਰੂਪ ਪਰਮੇਸ਼ਰ ਦੀ ਹੋਂਦ ਵਿੱਚੋਂ ਖੁਸ਼ਬੂ ਦੀ ਤਰ੍ਹਾਂ ਸਹਿਜ ਸੁਭਾਏ ਆਪ ਮੁਹਾਰੇ ਤੇ ਸਦੀਵੀ ਤੌਰ ਤੇ ਉਪਜ ਉਮੜ ਤੇ ਪ੍ਰਕਾਸ਼ਿਤ ਹੋ ਰਹੀ ਹੈ। ਸੋ ਗੁਰ ਪ੍ਰਸਾਦ ਇਹ ਕਾਨੂੰਨਬੱਧ ਨਹੀਂ ਹੈ ਤੇ ਨਾ ਹੀ ਇਸ ਲਈ ਕੋਈ ਸ਼ਰਤ ਹੈ ਕਿ ਇਹ ਕੰਮ ਕਰਾਂਗੇ ਤਾਂ ਪ੍ਰਾਪਤ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਇਹ ਤਾਂ ਪਰਮੇਸ਼ਰ ਦਾ ਸਹਿਜ ਸੁਭਾਏ ਸਦੀਵੀ ਅਟਲ ਅਮੁਕ ਪ੍ਰਕਾਸ਼ ਮਹਿਕ ਹੈ, ਦਾਤ ਹੈ, ਜੋ ਕਿਸੇ ਗੱਲੋਂ ਨਾ ਵੱਧਦੀ ਹੈ ਨਾ ਘਟਦੀ ਹੈ, ਜਿਸ ਤਰ੍ਹਾਂ ਸੂਰਜ ਦੀ ਪ੍ਰਕਾਸ਼ਮਈ ਧੁੱਪ। ਇਸ ਲਾਭਦਾਇਕ ਤੇ ਸੁਖਦਾਇਕ ਧੁੱਪ ਲਈ ਨਾ ਅਸੀਂ ਕਦੇ ਮੰਗ ਕੀਤੀ, ਨਾ ਉਦਮ, ਨਾ ਕਾਲਣਾ। ਇਹ ਤਾਂ ਸਗੋਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਸਾਨੂੰ ਮਿਲ ਰਹੀ ਹੈ। ਇਸ ਲਈ ਇਹ ਨਿਰੋਲ ਪਰਮੇਸ਼ਰ ਦੀ ਬਖਸ਼ਿਸ਼ ਜਾਂ ਪ੍ਰਸਾਦ ਹੈ। ਧਿਆਨ ਦੇਣਾ ਜੀ, ਸੂਰਜ ਲਈ ਅਸੀਂ ਕੇਲਰੀ ਕਾਲਣਾ ਕਾਲੀ ਉਸਦੇ ਧੁੱਪ ਲਈ ਜਿਹੜੀ ਜੀਵਨ ਬਖਸ਼ ਰਹੀ ਹੈ ਸ੍ਰਿਸ਼ਟੀ ਨੂੰ। ਕੋਈ ਸ਼ਰਤ ਵੀ ਨਹੀਂ ਹੈ, ਪੁੰਨੀ ਨੂੰ ਵੀ ਉਸੇ ਤਰ੍ਹਾਂ ਧੁੱਪ ਮਿਲਦੀ ਹੈ, ਪਾਪੀ ਨੂੰ ਵੀ। ਸੋ ਇਹ ਕੋਈ ਕਾਨੂੰਨਬੱਧ ਨਹੀਂ ਗੁਰ ਪ੍ਰਸਾਦ, ਇਹ ਤਾਂ ਸਦੀਵੀ ਵਰਤ ਰਿਹਾ ਹੈ। ਸੋ ਇਹ ਸੂਰਜ ਦੀ ਧੁੱਪ ਇਹ ਵੀ ਗੁਰ ਪ੍ਰਸਾਦ ਹੈ। ਇਸੇ ਤਰ੍ਹਾਂ ਸਾਨੂੰ ਅਣਮੰਗੀਆਂ ਹੋਰ ਅਨੇਕਾਂ ਪਿਆਰ ਦਾਤਾਂ ਪਰਮੇਸ਼ਰ ਦਾਤੇ ਵੱਲੋਂ ਸਦੀਵੀ ਮਿਲ ਰਹੀਆਂ ਹਨ, ਜਿਸ ਤਰ੍ਹਾਂ ਕਿ ਹਵਾ, ਪਾਣੀ, ਅੱਗ, ਅਨਾਜ, ਇਹ ਫਲ ਆਦਿ। ਅਚਰਜਤਾ ਇਸ ਗੱਲ ਦੀ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਹੀ ਸਾਰੀਆਂ ਬੇਅੰਤ ਅਣਮੰਗੀਆਂ ਇਲਾਹੀ ਦਾਤਾਂ ਵੀ ਅਕਾਲ ਪੁਰਖ ਨੇ ਸਾਡੇ ਲਈ ਬਹੁਲਤਾ ਵਿੱਚ ਬਖਸ਼ ਦਿੱਤੀਆਂ ਹਨ ਤੇ ਇਹਨਾਂ ਦੇ ਸਦੀਵੀ ਮਿਲਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਾਂਜੀ, ਇਹ ਵੀ ਸਭ ਪਰਮਾਤਮਾ ਦੀ ਪ੍ਰਸਾਦ ਹੈ। ਇਹ ਅਨਾਜ, ਇਹ ਫਲ ਫਰੂਟ, ਇਹ ਅੱਗ, ਇਹ ਹਵਾ, ਇਹ ਧਰਤੀ, ਇਹ ਪਾਣੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯੁੱਗ ਹੋ ਗਏ ਹਨ, ਕਰੋੜਾਂ ਜਨਮ ਜੀਵ ਇਸ ਸੰਸਾਰ ਤੇ ਆਏ ਤੇ ਚਲੇ ਗਏ, ਸਦੀਆਂ ਤੋਂ ਅਨਾਜ ਖਾਈ ਜਾ ਰਹੇ ਹਨ ਤੇ ਕਦੀ ਮੁੱਕਦਾ ਨਹੀਂ। ਸਦੀਆਂ ਤੋਂ ਹਵਾ ਨੂੰ ਮਾਣ ਰਹੇ ਹਨ ਪਰ ਉਹ ਮੁੱਕਦੀ ਨਹੀਂ। ਸੋ ਜਿੱਥੇ ਸਾਨੂੰ ਇਹਨਾਂ ਦਾਤਾਂ ਨੂੰ ਪਰਮਾਤਮਾ ਨੇ ਬਖਸ਼ਿਆ ਹੈ, ਉਸ ਤੇ ਸਦੀਵੀ ਕਾਇਮ ਰਹਿਣ ਦਾ ਪ੍ਰਬੰਧ ਵੀ ਇੱਕੋ ਹੁਕਮ ਦੁਆਰਾ ਕਰ ਦਿੱਤਾ ਹੈ। ਕਿਤਨਾ ਦਿਆਲੂ ਹੈ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜਿਓ। ਸੋ ਸਭ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਹੋਣ ਕਾਰਨ ਅਸੀਂ ਪਰਮੇਸ਼ਰ ਦੀ ਅੰਸ਼ ਹਾਂ ਤੇ ਅਕਾਲ ਪੁਰਖ ਨੇ ਆਪਣੇ ਇੱਕ ਕਵਾਉ ਦੁਆਰਾ ਬੇਅੰਤ ਅਤੇ ਭਿੰਨ ਭਿੰਨ ਰੰਗਾਂ ਰੇਖਾਂ ਵਾਲੀ ਆਪਣੀ ਉਮਤ ਰਚ ਦਿੱਤੀ ਤੇ ਨਾਲ ਹੀ ਆਪਣੀ ਅੰਸ਼ ਲਈ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਇੱਕੋ ਵਾਰੀ ਬੇਅੰਤ ਅਤੇ ਅਮੁਕ ਦਾਤਾਂ ਬਖਸ਼ ਦਿੱਤੀਆਂ ਹਨ, ਤਾਂ ਕਿ ਅਸੀਂ ਬੇਫਿਕਰ ਤੇ ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆ ਦੀ ਖੇਲ ਪਰਪੰਚ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹੋਏ ਆਪਣਾ ਲੋਕ ਵੀ ਸੁਖੀ ਤੇ ਫਿਰ ਆਪਣਾ ਪਰਲੋਕ ਵੀ ਸੁਹੇਲਾ ਕਰ ਸਕੀਏ। ਇਸ ਲਈ ਦਾਤਾਂ ਰਚੀਆਂ। ਸੋ ਅਸਲ ਵਿੱਚ ਜੋ ਕੁਝ ਇਲਾਹੀ ਕੁਆਉ ਤੋਂ ਉਪਜਿਆ ਹੈ, ਉਹ ਸਭ ਕੁਝ ਹੀ ਗੁਰ ਪ੍ਰਸਾਦ ਦਾ ਪ੍ਰਗਟਾਵਾ ਹੈ। ਧਿਆਨ ਦੇਣਾ ਜੀ, ਪਰਮਾਤਮਾ ਦੇ ਕੁਆਉ ਤੋਂ ਜੋ ਕੁਝ ਵੀ ਉਪਜਿਆ ਹੈ ਉਹ ਸਭ ਗੁਰ ਪ੍ਰਸਾਦ ਹੈ। ਭਾਵੇਂ ਉਹ ਪੱਥਰ ਹਨ, ਭਾਵੇਂ ਮਿੱਟੀ ਹੈ, ਭਾਵੇਂ ਇਨਸਾਨ ਹਨ, ਪਸ਼ੂ ਪੰਛੀ ਹਨ, ਭਾਵੇਂ ਦਰਖਤ ਬਨਸਪਤੀ, ਸਭ ਗੁਰ ਪ੍ਰਸਾਦ। ਕਿਉਂਕਿ ਉਹ ਪਰਮੇਸ਼ਰ ਆਪ ਹੀ ਪ੍ਰੇਮ ਪੁਰਖ ਅਤ ਪ੍ਰੀਤਮ ਮਾਤਾ ਪਿਤਾ ਹੈ। ਇਸ ਲਈ ਉਸ ਦਾ ਕਵਾਉ ਜਾਂ ਰਚਨਾ ਵੀ ਇਲਾਹੀ ਪਿਆਰ ਦਾ ਹੀ ਪ੍ਰਗਟਾਵਾ ਜਾਂ ਪ੍ਰਕਾਸ਼ ਹੈ, ਜਿਸ ਨੂੰ ਬਾਣੀ ਵਿੱਚ ਹੁਕਮ ਕਿਹਾ ਗਿਆ ਹੈ, ਕਿਉਂਕਿ ਹੁਕਮ ਤੋਂ ਇਹ ਸ੍ਰਿਸ਼ਟੀ ਉਪਜੀ। ਇਸ ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਪ੍ਰਕਾਸ਼ ਦੀ ਕਿਰਿਆ ਹੀ ਉਸ ਦੀ ਬਖਸ਼ਿਸ਼, ਮਿਹਰ, ਕਿਰਪਾ ਤੇ ਗੁਰ ਪ੍ਰਸਾਦ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀ ਗੁਰ ਪ੍ਰਸਾਦ ਦਾ ਸਰੂਪ ਹੈ। ਉਹ ਕੀ ਹੈ ਕਿ ਕੁਦਰਤ ਦੀ ਚਾਲ ਦੀ ਇੱਕ ਖਾਸ ਰਵਾਨਗੀ ਹੈ, ਪਰ ਕਦੇ ਕਦੇ ਇਸ ਦੀ ਚਾਲ ਵਿੱਚ ਜਵਾਰ ਭਾਟਾ, ਉਬਾਲ ਜਾਂ ਉਛਾਲ ਵੀ ਆ ਜਾਂਦਾ ਹੈ, ਜਿਵੇਂ ਤੂਫਾਨ, ਹੜ੍ਹ ਆਦਿ। ਇਸੇ ਤਰ੍ਹਾਂ ਇਨਸਾਨੀ ਵਲਵਲਿਆਂ ਵਿੱਚ ਵੀ ਉਛਾਲ ਤੇ ਉਬਾਲ ਆ ਜਾਂਦੇ ਹਨ। ਜਿਵੇਂ ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਕਦੇ ਕਦੇ ਬੱਚੇ ਦੇ ਵਿਛੋੜੇ ਵਿੱਚ ਪਿਆਰ ਦੇ ਵਲਵਲੇ ਵੈਰਾਗ ਰੂਪ ਧਾਰ ਕੇ ਅੱਖਾਂ ਵਿੱਚੋਂ ਵਗ ਤੁਰਦੇ ਹਨ। ਇਸੇ ਤਰ੍ਹਾਂ ਜਦੋਂ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਹਰਕਤ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਤਾਂ ਮਾਂ ਦੇ ਹਿਰਦੇ ਵਿੱਚ ਵੀ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ ਤੇ ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ ਜੁੱਸਾ ਪਿਘਲ ਕੇ ਉਬਲ ਕੇ ਉਸ ਦੀਆਂ ਅਸਾਧਾਰਨ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ ਤੇ ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਕਰਦੀ, ਖਿਡਾਉਂਦੀ ਹੋਈ ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਿਤ ਕਰਦੀ ਹੈ।
ਉਸ ਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ ਤੇ ਫਿਰ ਮਾਂ ਦਾ ਖੂਨ ਤੇ ਉਸ ਦਾ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿਘਲ ਕੇ ਦੁੱਧ ਦੇ ਰੂਪ ਵਿੱਚ ਬਦਲ ਕੇ ਉਸ ਦੀਆਂ ਛਾਤੀਆਂ ਵਿੱਚ ਭਰ ਕੇ ਉਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੇ ਪ੍ਰੇਮ ਭਾਵਨਾ ਦੇ ਤੀਬਰ ਵੈਰਾਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਤਰੰਗ ਜਾਂ ਉਛਾਲ ਕਈ ਵਾਰੀ ਸਾਧਾਰਨ ਕੁਦਰਤੀ ਨਿਯਮਾਂ ਤੋਂ ਬਾਹਰ ਹੋ ਵਰਦੇ ਹਨ। ਐਨ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੇ ਅਨੋਖੇ ਭੋਲੇ ਪਾਏ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਵੀ ਆਪਣੇ ਪਿਆਰੇ ਭਗਤ ਤੇ ਰੀਝ ਕੇ ਉਛਲਦਾ ਹੈ ਤਾਂ ਆਪਣੇ ਦਰੋਂ ਘਰੋਂ ਇਲਾਹੀ ਦਾਤਾਂ, ਨਾਮ, ਪਿਰਮ ਪਿਆਲਾ ਅਤੇ ਸੇਵਾ ਆਦਿ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਗੱਫੇ ਬਖਸ਼ਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਗੁਰਪ੍ਰਸਾਦ ਅਥਵਾ ਨਦਰ ਕਰਮ ਕਿਹਾ ਗਿਆ ਹੈ ਤੇ ਜਿਸ ਦੀਆਂ ਸਿੱਖਾਂ ਦੇ ਧਾਰਮਿਕ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇਹ ਵੀ ਗੁਰਪ੍ਰਸਾਦ ਹੈ ਕਿ ਜਦੋਂ ਕੋਈ ਭੋਲੇ ਪਾਏ ਕੋਈ ਪਿਆਰ ਦੀ ਤੀਬਰਤਾ ਵਿੱਚ ਸ਼ਰਧਾ ਭਾਵਨੀ ਦੀ ਅਮਿਤ ਲਹਿਰ ਵਿੱਚ ਕੋਈ ਵੀ ਛੋਟੀ ਜਿਹੀ ਵੀ ਭੇਟਾ ਪੇਸ਼ ਕਰਦਾ ਹੈ ਪਰਮਾਤਮਾ ਨੂੰ ਜਾਂ ਆਪਣੇ ਗੁਰੂ ਨੂੰ ਤਾਂ ਸਤਿਗੁਰੂ ਉਸ ਤੇ ਰੀਝ ਕੇ ਉਸ ਨੂੰ ਪ੍ਰੇਮ, ਨਾਮ, ਨਦਰ ਕਰਮ ਹੋਰ ਸੇਵਾ ਆਦਿ ਅਮੋਲਕ ਦਾਤਾਂ ਪ੍ਰਦਾਨ ਕਰਦਾ ਹੈ। ਇਸ ਨੂੰ ਵੀ ਗੁਰਪ੍ਰਸਾਦ ਕਿਹਾ ਗਿਆ ਹੈ, ਜਿਸ ਦੀਆਂ ਸਿੱਖ ਇਤਿਹਾਸ ਵਿੱਚ ਬੇਅੰਤ ਮਿਸਾਲਾਂ ਹਨ ਕਿ ਕਿਤਨੇ ਛੋਟੇ ਛੋਟੇ ਤੋਹਫਿਆਂ ਤੇ ਰੀਝ ਕੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਏ ਗੁਰ ਸਰਬ ਨਿਦਾਨ ਜਾਨ ਦੇਤ ਹੈ। ਇੱਕ ਹੋਰ ਸਰੂਪ ਗੁਰਪ੍ਰਸਾਦ ਦਾ ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ ਕਿ ਬੱਚੇ ਲਈ ਪਿਆਰ ਦੀ ਭਾਵਨਾ ਦੁਨਿਆਵੀ ਮਾਂ ਦੇ ਤਨ ਮਨ ਵਿੱਚ ਰਚੀ ਹੁੰਦੀ ਹੈ ਤੇ ਉਸ ਦੇ ਹਰ ਕਿਸਮ ਦੇ ਖਿਆਲਾਂ, ਸੋਚਣੀ ਤੇ ਕਾਰਜਾਂ ਵਿੱਚ ਉਸ ਦੀ ਇਹ ਪਿਆਰ ਭਾਵਨਾ ਆਪ ਮੁਹਾਰੇ ਉਪਜਦੀ ਤੇ ਰੁਮਕਦੀ ਹੋਈ ਸਹਿਜ ਸੁਭਾਅ ਹੀ ਹਰਕਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿਆਰ ਰੌਂ ਜਾਂ ਬਖਸ਼ਿਸ਼ ਜਾਂ ਗੁਰਪ੍ਰਸਾਦ ਸਦੀਵੀ ਅਟੁੱਟ ਅਮੁਕ ਤੇ ਲਗਾਤਾਰੀ ਹੈ ਜੋ ਇਲਾਹੀ ਮਾਤਾ ਪਿਤਾ ਦੀ ਹੋਂਦ ਵਿੱਚੋਂ ਉਮੜ ਕੇ ਉਛਲ ਕੇ ਅਤੇ ਪ੍ਰਕਾਸ਼ ਹੋ ਕੇ ਕਾਇਨਾਤ ਦੀ ਹਰ ਸ਼ੈ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਤੇ ਪਰਵਿਰਤ ਹੋ ਕੇ ਸਗਲ ਜੀਆਂ ਨੂੰ ਜੀਦਾਨ ਦਿੰਦਾ ਹੈ। ਇਸ ਲਗਾਤਾਰ ਪ੍ਰੇਮ ਰੋਹ ਦੇ ਵੇਗ ਦਾ ਨਾਮ ਹੀ ਗੁਰਪ੍ਰਸਾਦ ਹੈ। ਧਿਆਨ ਦੇਣਾ ਜੀ, ਜਿਵੇਂ ਮਾਂ ਪਿਆਰ ਦੇ ਅੰਦਰ ਇਹ ਜਿਹੜੀ ਪਿਆਰ ਭਾਵਨਾ ਜਦੋਂ ਪੁੱਜਦੀ ਹੈ ਲਗਾਤਾਰ ਹੀ ਰਹਿੰਦੀ ਹੈ ਤੇ ਉਸ ਦੀ ਹਰ ਹਰਕਤ ਵਿੱਚ ਪ੍ਰਗਟ ਹੁੰਦੀ ਹੈ ਬੱਚੇ ਦੀ ਭਲਾਈ ਲਈ। ਕਦੀ ਕਦੀ ਬੱਚੇ ਨੂੰ ਉਸ ਨੂੰ ਗੁੱਸੇ ਕਰਨਾ ਪੈਂਦਾ ਹੈ, ਮਾਰਨਾ ਵੀ ਪੈਂਦਾ ਹੈ, ਪਰ ਉਸ ਵਿੱਚ ਵੀ ਉਹੀ ਪਿਆਰ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਅੰਦਰ ਜੋ ਸਾਡੇ ਪ੍ਰਤੀ ਪ੍ਰੇਮ ਭਾਵਨਾ ਹੈ ਇਹ ਲਗਾਤਾਰੀ ਹੈ, ਭਾਵੇਂ ਉਹ ਸਜ਼ਾ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਦੁੱਖ ਤਕਲੀਫਾਂ ਦੇ ਰੂਪ ਵਿੱਚ ਹੋਵੇ, ਕਿਉਂਕਿ ਇਹ ਸਾਡਾ ਸੁਧਾਰ ਹੈ ਉਸ ਵਿੱਚ। ਸੋ ਹਰ ਸਰੂਪ ਵਿੱਚ, ਭਾਵੇਂ ਲਾਡ ਲਡਾਉਣ ਦੇ ਰੂਪ ਵਿੱਚ ਹੋਵੇ, ਸੋ ਇਹ ਲਗਾਤਾਰੀ ਪ੍ਰੇਮ ਰੌਂ ਜੋ ਹੈ ਇਹ ਵੀ ਗੁਰਪ੍ਰਸਾਦ ਹੈ। ਇਸ ਦੀ ਰਵਾਨਗੀ ਨੂੰ ਵੀ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਆਸੇ ਪਾਸੇ ਇਹ ਜੀਵ ਜੰਤੂ, ਮਨੁੱਖ, ਇਹ ਖਾਣਾ ਪੀਣਾ, ਇਹ ਅਨਾਜ, ਇਹ ਧਰਤੀ, ਹਵਾ, ਆਕਾਸ਼, ਅਗ, ਪਾਣੀ, ਇਹ ਸਭ ਕੁਝ ਗੁਰਪ੍ਰਸਾਦ ਵਰਤ ਰਿਹਾ ਹੈ, ਪਰ ਅਸੀਂ ਇਸ ਤੋਂ ਵਾਂਝੇ ਕਿਉਂ ਹਾਂ? ਇੱਥੇ ਦੱਸਿਆ ਗਿਆ ਹੈ ਇਸ ਇਲਾਹੀ ਜੀਵਨ ਰੌਂ ਦੀ ਚਾਲ ਜੀਵ ਵਿੱਚ ਉਨਾ ਚਿਰ ਵਗਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿੱਚ ਸਿਆਣਪ ਅਥਵਾ ਹਉਮੈ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਅਸੀਂ ਉਨਾ ਚਿਰ ਨਿਗ ਲੈ ਸਕਦੇ ਹਾਂ ਜਦ ਤੱਕ ਸੂਰਜ ਦੀ ਹੋਂਦ ਤੋਂ ਓਲੇ ਨਾ ਹੋਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਸਾਡੀ ਆਪਣੀ ਅਣਗਹਿਲੀ ਹੈ, ਨਾ ਕਿ ਸੂਰਜ ਦੀ। ਜਦ ਜੀਵ ਪਰਮੇਸ਼ਰ ਨੂੰ ਭੁੱਲ ਕੇ ਬੇਮੁਖ ਹੋ ਜਾਂਦੇ ਹਨ ਤਾਂ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪੈ ਜਾਂਦਾ ਹੈ ਤੇ ਜੀਵ ਇਲਾਹੀ ਬਖਸ਼ਿਸ਼ ਤੋਂ ਵਾਂਝਾ ਹੋ ਜਾਂਦਾ ਹੈ ਤੇ ਆਪ ਉਧਰੇ ਜਾਂ ਭੁੱਲੇ ਹੋਏ ਬੱਚੇ ਵਾਂਗ ਗੁਰਪ੍ਰਸਾਦ ਦੀ ਫੁਹਾਰ ਦੀ ਠੰਡਕ ਤੋਂ ਸਖਣੇ ਹੋ ਕੇ ਮਾਇਆ ਦੇ ਅਧੀਨ ਜੋ ਮੈਂ ਕੀਆ ਸੋ ਮੈਂ ਪਾਇਆ ਅਨਸਾਰ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇੱਥੇ ਸਾਰੀ ਗੱਲ ਦਾ ਨਿਬੇੜ ਸਾਡੀ ਭੁੱਲ ਵਿੱਚ ਜਾਂ ਸਾਡੀ ਯਾਦ ਵਿੱਚ ਹੈ। ਜਦੋਂ ਅਸੀਂ ਆਪਣੀ ਇਲਾਹੀ ਮਾਤਾ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪ ਹੀ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਗੁਰਪ੍ਰਸਾਦ ਤੋਂ ਆਪਣੇ ਆਪ ਹੀ ਸਖਣੇ ਹੋ ਜਾਂਦੇ ਹਾਂ।
ਜੇ ਫਿਰ ਅਸੀਂ ਭੁੱਲ ਵਿੱਚੋਂ ਨਿਕਲ ਕੇ ਇਲਾਹੀ ਮਾਤਾ ਦੀ ਯਾਦ ਜਾਂ ਸਿਮਰਨ ਵਿੱਚ ਲੱਗ ਜਾਈਏ ਤਾਂ ਸਾਡੇ ਮਨ ਦੀ ਡੋਰ ਇਲਾਹੀ ਰਵਾਨਗੀ ਨਾਲ ਜੁੜ ਜਾਏਗੀ ਤੇ ਅਸੀਂ ਮੁੜ ਗੁਰਪ੍ਰਸਾਦ ਦੀ ਛਤਰ ਛਾਇਆ ਹੇਠ ਇਲਾਹੀ ਪਿਆਰ ਮਾਣ ਸਕਾਂਗੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤਾਵੇ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦੁੱਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ। ਹਾਂਜੀ, ਕਿਉਂ ਅਸੀਂ ਗੁਰਪ੍ਰਸਾਦ ਦੀ ਠੰਡਕ ਤੋਂ ਵਾਂਝੇ ਰਹਿੰਦੇ ਹਾਂ? ਕਿਉਂਕਿ ਅਸੀਂ ਭੁੱਲ ਵਿੱਚ ਹਾਂ। ਜਿਵੇਂ ਕੋਈ ਅਸੀਂ ਫਲ ਫਰੂਟ ਖਾਂਦੇ ਹਾਂ ਜਾਂ ਮਸਲਨ ਅੰਬ ਖਾ ਲਿਆ, ਅੰਬ ਦੇ ਰਸ ਨੂੰ ਤਾਂ ਮਾਣ ਲਿਆ, ਪਰ ਉਸ ਰਸ ਦੇ ਪਿੱਛੇ ਜੋ ਪਰਮਾਤਮਾ ਦਾ ਗੁਰਪ੍ਰਸਾਦ ਹੈ, ਜੋ ਅੰਬ ਦੇ ਰਸ ਤੋਂ ਕਈ ਗੁਣਾ ਵਧੇਕ ਸਵਾਦਲਾ ਹੈ, ਉਸ ਗੁਰਪ੍ਰਸਾਦ ਦੀ ਠੰਡਕ ਨੂੰ ਕਿਉਂ ਨਹੀਂ ਮਾਣਦੇ? ਕਿਉਂਕਿ ਭੁੱਲ ਵਿੱਚ ਹਾਂ। ਸੋ ਜੇ ਗੁਰਪ੍ਰਸਾਦ ਨੂੰ ਮਾਨਣਾ ਹੈ ਤਾਂ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣਾ ਪਏਗਾ। ਇਸੇ ਕਰਕੇ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਹਰ ਇੱਕ ਦਾਤ ਦੇ ਨਾਲ ਉਸ ਦੀ ਯਾਦ ਜੋੜ ਦਿੱਤੀ ਕਿ ਜਗਿਆਸੂ ਜਦੋਂ ਉਸ ਦੀ ਦਾਤਾ ਨੂੰ ਮਾਣੇ ਤਾਂ ਉਸ ਦਾਤੇ ਨੂੰ ਵੀ ਯਾਦ ਕਰੇ, ਕਿਉਂਕਿ ਦਾਤਾ ਤੋਂ ਵੱਧ ਸਵਾਦਲਾ ਉਸ ਦੀ ਦਾਤੇ ਦਾ ਜਿਹੜਾ ਗੁਰਪ੍ਰਸਾਦ ਹੈ। ਸੋ ਕੀ ਲਿਖਿਆ ਹੈ? ਜੈ ਪ੍ਰਸਾਦ 36 ਅੰਮ੍ਰਿਤ ਖਾਏ, ਤਿਸ ਠਾकुर को रख मन माहे, जय प्रसाद बसै सुख मंदर, तिसै ध्याए सदा मन अंदर, जय प्रसाद रंग रस भोग, नानक सदा ध्याइयै त्यामन जोग, जय प्रसाद आरोग कंचन देही, लिव लावो तिस राम स्नेही, जय प्रसाद तेरे सगल छिद्र टाके, मन शरणी पर ठाकुर प्रभ तांके, जय प्रसाद आभूखन पहरी जय, मन तिस सिमरत क्यों आलस की जय, जय प्रसाद बाग मिलख तना, राग परोए प्रभ अपने मना, जय प्रसाद तेरा सुंदर रूप, सो प्रभ सिमरो सदा अनूप, जय प्रसाद तेरे कारज पूरे, तिसै जान मन सदा हजूरे। पाओ हर एक दात नूं माणदिआं उस नूं याद करना। पर इन्हां ਤੋਂ ਇਲਾਵਾ ਇੱਕ ਗੁਰਪ੍ਰਸਾਦ ਦਾ ਸਰੂਪ ਹੋਰ ਵੀ ਹੈ। ਉਹ ਕੀ ਹੈ? 84 ਲੱਖ ਜੂਨਾਂ ਵਿੱਚੋਂ ਕੇਵਲ ਬੰਦੇ ਨੂੰ ਹੀ ਤੀਖਣ ਬੁੱਧੀ ਬਖਸ਼ੀ ਹੈ, ਜਦਕਿ ਬਾਕੀ ਜੂਨਾਂ ਨੂੰ ਕੇਵਲ ਇੰਨੀ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣਾ ਜੀਵਨ ਨਿਰਵਾਹ ਕਰ ਸਕਣ। ਪਰ ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ ਮਨੁੱਖ ਨੂੰ ਪਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ, ਜਿਸ ਨਾਲ ਇਹ ਅਨੇਕਾਂ ਉਕਤੀਆਂ ਜੁਗਤੀਆਂ ਇਹੜ ਤਿਹੜ ਸਿਆਣਪਾਂ ਚਲਾਕੀਆਂ ਘੋਟ-ਘੋਟ ਕੇ ਆਪਣੇ ਕਰਤੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਨੂੰ ਹੀ ਭੁੱਲ ਕੇ ਬੇਮੁਖ ਹੋ ਜਾਂਦਾ ਹੈ ਤੇ ਇਲਾਹੀ ਹੁਕਮ ਤੋਂ ਅਣਜਾਣ ਹੋ ਕੇ ਤ੍ਰੈ ਗੁਣਾਂ ਦੇ ਅਸੂਲ ਅਧੀਨ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਬਾਕੀ 84 ਲੱਖ ਜੂਨਾਂ ਵਿੱਚ ਸੀਮਤ ਬੁੱਧੀ ਹੋਣ ਕਰਕੇ ਉਹ ਨਾਲ ਲਿਖੇ ਹੋਏ ਹੁਕਮ ਦੀ ਰਜ਼ਾ ਵਿੱਚ ਸਹਿਜੇ ਤੇ ਅਪੋਲ ਹੀ ਵਿਚਰਦੇ ਤੇ ਜੀਵਨ ਬਤੀਤ ਕਰਦੇ ਹਨ। ਇਸ ਲਈ ਉਹਨਾਂ ਦਾ ਵਿਕਾਸ ਸਹਿਜੇ ਹੀ ਹੋ ਰਿਹਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਮਨੁੱਖੀ ਜੀਵਾਂ ਨੂੰ ਇਹ ਉਪਦੇਸ਼ ਦਿੱਤੇ ਹਨ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲੈ ਬੁਲਾਏ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਗੁਰ ਕੀ ਮਤ ਤੂ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ, ਇਹੜ ਤੇਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ, ਮਨ ਸਿਆਣਪ ਛੋੜੀਐ ਗੁਰ ਕਾ ਸ਼ਬਦ ਸੰਭਾਲੇ। ਸੋ ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹਉਮੈ ਦੇ ਅਧੀਨ ਹੋ ਕੇ ਆਪਣੀ ਤੀਖਣ ਬੁੱਧੀ ਦੁਆਰਾ ਆਪਣੀਆਂ ਉਕਤੀਆਂ ਜੁਗਤੀਆਂ ਤੇ ਸਿਆਣਪਾਂ ਨਾਲ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਜਾਂ ਗੁਰਪ੍ਰਸਾਦ ਦੀ ਨਿੱਘੀ ਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ ਪੈਗੰਬਰ ਪੀਰ ਫਕੀਰ ਸਾਧ ਸੰਤ ਮਹਾਪੁਰਖ ਗੁਰਮੁਖ ਪਿਆਰੇ ਲੋੜ ਅਨਸਾਰ ਸੰਸਾਰ ਤੇ ਭੇਜੇ ਤੇ ਉਹਨਾਂ ਨੇ ਵਕਤ ਦੇ ਹਾਲਾਤ ਅਨਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ, ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਇਨਾਤ ਰਚਣ ਵੇਲੇ ਅਕਾਲ ਪੁਰਖ ਨੇ ਇੱਕੋ ਵਾਰੀ ਆਪਣੇ ਕੁਆਵ ਦੁਆਰਾ ਸਭ ਕੁਝ ਬਣਾ ਧਰਿਆ ਤੇ ਇਸ ਵਿੱਚ ਆਪਣੀ ਜੋਤ ਰੱਖ ਕੇ ਇਸ ਨੂੰ ਚਲਾਉਣ ਲਈ ਹੁਕਮ ਦੁਆਰੇ ਸਾਰੇ ਪ੍ਰਬੰਧ ਕਰ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦੀ ਬਖਸ਼ਿਸ਼ ਤੇ ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ। ਹਾਂਜੀ, ਪਰਮਾਤਮਾ ਨੂੰ ਪਤਾ ਸੀ ਕਿ ਜਿਹੜੇ ਜੀਵ ਹਨ ਆਪਣੀ ਸਿਆਣਪ ਆਪਣੀ ਬੁੱਧੀ ਦੀ ਗਲਤ ਵਰਤੋਂ ਕਰਨਗੇ ਤੇ ਉਹ ਦਾਤੇ ਨੂੰ ਭੁੱਲ ਜਾਣਗੇ, ਗੁਰਪ੍ਰਸਾਦ ਤੋਂ ਸਖੜੇ ਹੋ ਜਾਣਗੇ। ਸੋ ਸਾਨੂੰ ਗੁਰਪ੍ਰਸਾਦ ਦੀ ਠੰਡਕ ਵਿੱਚ ਲਿਆਉਣ ਲਈ
ਭੁੱਲ ਤੋਂ ਯਾਦ ਵਿੱਚ ਲਿਆਉਣ ਲਈ, ਆਪਣੀ ਨਿੱਘਾ ਪਿਆਰ ਬਖਸ਼ਣ ਲਈ ਉਹਨਾਂ ਨੇ ਫਿਰ ਇਸ ਮਹਾਪੁਰਖਾਂ ਨੂੰ, ਸਾਧਾਂ ਸੰਤਾਂ ਨੂੰ ਪਰਮਾਤਮਾ ਨੇ ਆਪਣੇ ਕੁਆਉ ਦੁਆਰਾ ਇਸ ਸੰਸਾਰ ਵਿੱਚ ਭੇਜਿਆ। ਸੋ ਇਹ ਜਿਹੜਾ ਮਹਾਪੁਰਖਾਂ ਦਾ ਆਉਣਾ ਹੈ, ਇਹ ਉਹਨਾਂ ਦੀ ਜਿਹੜੀ ਸੰਗਤ ਹੈ, ਇਹ ਵੀ ਗੁਰਪ੍ਰਸਾਦ ਹੈ। ਇਸੇ ਤਰ੍ਹਾਂ ਸਦ ਬਖਸ਼ਣ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਗੁਰਬਾਣੀ ਵਿੱਚ ਪਰਮਾਤਮਾ ਨੂੰ ਕਿਹਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਤੋਰੋਂ ਪਰਮੇਸ਼ਰ ਦੀ ਬਖਸ਼ਿਸ਼ ਜਾਂ ਸਤਿਗੁਰ ਪ੍ਰਸਾਦ ਜਾਂ ਆਤਮਿਕ ਦੇਣ ਹੈ, ਕਿਉਂਕਿ ਇਹ ਵੀ ਸਾਨੂੰ ਪਰਮਾਤਮਾ ਵੱਲ, ਆਪਣੇ ਅਸਲੇ ਵੱਲ ਪ੍ਰੇਰਦੀ ਹੈ। ਸੋ ਜਿੱਥੇ ਮਹਾਪੁਰਖ ਉਹਨਾਂ ਦੀ ਸੰਗਤ ਗੁਰਪ੍ਰਸਾਦ ਹੈ, ਉੱਥੇ ਗੁਰਬਾਣੀ ਵੀ ਗੁਰਪ੍ਰਸਾਦ ਹੈ, ਪਰ ਇਹ ਆਤਮਿਕ ਦੇਣ ਹੈ। ਪਰਮੇਸ਼ਰ ਅਥਵਾ ਸਾਡੀ ਇਲਾਹੀ ਮਾਤਾ ਦੇ ਹਿਰਦੇ ਵਿੱਚ ਆਪਣੇ ਅੰਸ਼ ਲਈ ਅਤਿਅੰਤ ਪਿਆਰ ਭਾਵਨਾ ਹੈ। ਇਸ ਲਈ ਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੀਤਮ, ਅਤ ਪ੍ਰੀਤਮ, ਪ੍ਰੇਮ ਪੁਰਖ ਆਦਿ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ। ਕਿਉਂਕਿ ਹਰ ਗੁਰਪ੍ਰਸਾਦ ਦਾ ਜ਼ਿਕਰ ਕਰਨ ਤੋਂ ਬਾਅਦ ਗੁਰਮੁਖ ਪਿਆਰਿਆਂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਹੈ ਕਿ ਪਰਮਾਤਮਾ ਦੇ ਪ੍ਰੇਮ ਦਾ ਹੀ ਸਾਰਾ ਕੁਝ ਪ੍ਰਤੀਕ ਹੈ, ਕਿ ਸਾਨੂੰ ਉਸ ਦੀ ਪ੍ਰੇਮ ਭਾਵਨਾ ਯਾਦ ਰਹੇ। ਅਤ ਪ੍ਰੀਤਮ ਮਨ ਮੋਹਨਾ, ਘਟ ਸੋਹਨਾ, ਪ੍ਰਾਨ ਆਧਾਰਾ ਰਾਮ। ਤੂੰ ਪ੍ਰੀਤਮ, ਤੂੰ ਪ੍ਰਾਨ ਆਧਾਰੇ, ਤੁਮ ਹੀ ਪੇਖ ਪੇਖ ਮਨ ਬਿਕਸਾਰੇ। ਮਿਹਰ, ਬਖਸ਼ਿਸ਼, ਪ੍ਰਸਾਦ, ਗੁਰਪ੍ਰਸਾਦ ਦੀਆਂ ਭਾਵਨਾਵਾਂ ਇਸੇ ਇਲਾਹੀ ਪ੍ਰੀਤ ਪਿਆਰ ਦੇ ਰੰਗ ਅਤੇ ਅੰਗ ਹਨ। ਇਸ ਤੋਂ ਇਲਾਵਾ ਇੱਕ ਹੋਰ ਵੀ ਗੁਰਪ੍ਰਸਾਦ ਦਾ ਸਰੂਪ ਹੈ। ਉਹ ਕੀ ਹੈ ਕਿ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ, ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਤੇ ਭੁੱਲੇ ਜਾਂ ਵਿਛੜੇ ਹੋਏ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਤੇ ਉਸ ਨੂੰ ਮੁੜ ਆਪਣੇ ਗਲ ਲਾ ਕੇ ਆਪਣੀ ਗੋਦ ਦਾ ਨਿੱਘ ਤੇ ਮਾਂ ਪਿਆਰ ਦਾ ਸੁੱਖ ਦੇਣ ਲਈ ਲੋਚਦੀ ਤੇ ਤਾਂਗਦੀ ਰਹਿੰਦੀ ਹੈ, ਤੇ ਆਪਣੇ ਬੱਚੇ ਵੱਲ ਸੁਨੇਹੜੇ ਭੇਜ ਕੇ ਉਸ ਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੇ ਉਮਤ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸ ਲਈ ਸਾਰੀ ਕਾਇਨਾਤ ਦੇ ਅੰਤਰੀਵ ਜੀਵਨ ਦੀ ਰਵਾਨਗੀ ਵਿੱਚ ਆਪਣੇ ਪਿਆਰ ਦੀ ਖਿੱਚ ਤਾਰ ਨੂੰ ਪ੍ਰਵੇਸ਼ ਕਰ ਦਿੰਦੀ ਹੈ। ਇਹ ਇਲਾਹੀ ਪਿਆਰ ਦੀ ਖਿੱਚ ਜਾਂ ਤਾਰ ਜਾਂ ਵੇਗ ਅਕਾਲ ਪੁਰਖ ਦੀ ਮਿਹਰ, ਬਖਸ਼ਿਸ਼ ਤੇ ਗੁਰਪ੍ਰਸਾਦ ਦੀ ਪ੍ਰਤੀਕ ਹੈ। ਤੇ ਇਹ ਪਿਆਰ ਦੀ ਖਿੱਚ ਤਾਰ ਰਵਾਨਗੀ ਸਦੀਵੀ ਅਮੁਕ ਤੇ ਕਾਲ ਰਹਿਤ ਹੈ। ਹਰ ਜੀ ਮਾਤਾ, ਹਰ ਜੀ ਪਿਤਾ, हर जियो प्रतिपालक, हर जी मेरी सार करे हम हर के बालक, सहजे सहज खिलाएंदा नहीं करदा आलक, अवगुण को न चितारदा गल सेती लाए। पर इत्थे एक सवाल और पैदा होंदा है कि बाहर जिहड़ा गुरप्रसाद वरत रहा है उस दी ठंडक तो असीं तां वांझे सी कि असीं उसनूं भुल गए, पर यह प्रीत दी तार तां साडे अंतर आत्मे है, सदीवी साडे नाल रहिंदी है। फिर इसनूं असीं क्यों नहीं माणदे? इस दा विस्तार दिता गया है कि 84 ਲੱਖ ਜੂਨਾ ਤਾਂ ਅਪੋਲ ਤੇ ਸਹਿਜ ਸੁਭਾਏ ਹੀ ਆਪਣੇ ਹੁਕਮੀ ਅਕਾਲ ਪੁਰਖ ਵੱਲ ਅਤੇ ਉਸ ਦੇ ਹੁਕਮ ਦੀ ਗੁਰਪ੍ਰਸਾਦ ਰੂਪੀ ਰਵਾਨਗੀ ਦੇ ਵੇਗ ਵਿੱਚ ਸੁਰ ਹੋ ਕੇ ਰੁੜੀ ਜਾ ਰਹੀ ਹੈ। ਪਰ ਇਨਸਾਨ ਆਪਣੀ ਪ੍ਰਬਲ ਹਉਮੈ ਤੇ ਤੀਖਣ ਬੁੱਧੀ ਦੁਆਰਾ ਹਰ ਇੱਕ ਸ਼ੈ ਨੂੰ ਘੋਖਦਾ ਤੇ ਪਰਖਦਾ ਹੈ ਤੇ ਉਸ ਦੀ ਬਾਬਤ ਆਪਣੇ ਮਨ ਦੀ ਰੰਗਤ ਅਨਸਾਰ ਨਤੀਜੇ ਕੱਢਦਾ ਹੈ। ਇਸ ਤਰ੍ਹਾਂ ਆਪਣੇ ਕਰਤੇ ਪਰਮੇਸ਼ਰ ਦੀ ਬਾਬਤ ਵੀ ਕਈ ਕਿਸਮ ਦੇ ਸਵਾਲ ਜਵਾਬ, ਉਕਤੀਆਂ ਜੁਗਤੀਆਂ, ਸਿਆਣਪਾਂ, ਸ਼ੰਕੇ ਤੇ ਫਿਲਾਸਫੀਆਂ ਕੋਟ ਕੇ ਰੱਬ ਦੀ ਹੋਣ ਤੇ ਉਸ ਦੀ ਬਖਸ਼ਿਸ਼ ਤੇ ਕਿੰਤੂ ਕਰਦਾ ਹੈ, ਤੇ ਇਹ ਕਿੰਤੂ ਕਰਦਾ ਹੋਇਆ ਕਈ ਵਾਰੀ ਨਾਸਤਿਕਤਾ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਤਮਿਕ ਸ਼ਰਧਾ ਤੇ ਵਿਸ਼ਵਾਸ ਦੀ ਤਾਰ ਜਾਂ ਵੇਗ ਤੋਂ ਬੇਸੁਰਾ ਹੋ ਕੇ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਵਾਂਝਾ ਹੋ ਜਾਂਦਾ ਹੈ। ਸੋ ਕਿਸੇ ਵਿਅਕਤੀ ਦੇ ਮੇਲ ਜੋਲ ਦੀ ਤਾਰ ਇੱਕ ਦੂਸਰੇ ਦੇ ਭਰੋਸੇ ਤੇ ਨਿਰਭਰ ਹੁੰਦੀ ਹੈ, ਜਿਹੜਾ ਉਹਨਾਂ ਨੂੰ ਸੁਰ ਵਿੱਚ ਰੱਖਦੀ ਹੈ, ਤੇ ਉਹ ਆਪਸ ਵਿੱਚ ਅੰਤਰੀਵ ਤੌਰ ਤੇ ਲੇਵਾ ਦੇਵੀ ਕਰਦੇ ਹਨ। ਤੇ ਜਦ ਵਿਸ਼ਵਾਸ ਦੀ ਤਾਰ ਟੁੱਟ ਜਾਵੇ ਜਾਂ ਢਿੱਲੀ ਹੋ ਜਾਵੇ ਤਾਂ ਉਹ ਮੇਲ ਜੋਲ ਓਪਰਾ ਫੋਕਾ ਤੇ ਲਾਭੀਣ ਹੋ ਜਾਂਦਾ ਹੈ। ਯਾਨੀ ਕਿ ਉਹਨਾਂ ਦੇ ਮਨ ਅੰਤਰੀਵ ਤੌਰ ਤੇ ਨਾ ਮਿਲਣ ਕਾਰਨ ਉਹਨਾਂ ਦੇ ਖਿਆਲਾਂ, ਰੀਝਾਂ, ਕਲਪਨਾਵਾਂ ਵਿੱਚ ਅੰਤਰ ਹੋ ਜਾਂਦਾ ਹੈ, ਤੇ ਉਹ ਬਾਹਰੀ ਤੌਰ ਤੇ ਤਾਂ ਭਾਵੇਂ ਇਕੱਠੇ ਰਹਿੰਦੇ ਤੇ ਵਰਤਦੇ ਹਨ, ਪਰ ਆਪਸ ਵਿੱਚ ਅੰਤਰੀਵ ਤੌਰ ਤੇ ਬੇਸੁਰੇ ਹੋ ਜਾਂਦੇ ਹਨ, ਜਿਸ ਕਾਰਨ ਉਹਨਾਂ ਵਿਚਕਾਰ ਅੰਤਰੀਵ ਮੇਲ ਜੋਲ, ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ
जद सियाणप अथवा शंकिया कारण शरदा भावनी विच विघन पै जावे तां परमेशर नाल साडा अंतर आत्मे मेल जोल नहीं होंदा, जिस कारण असी रब्बी प्रकाश बख्शिश गुरप्रसाद तो वांझे हो जाते हाँ। हाँ जी, जिवें दो व्यक्ति आपस विच मिले भी होण पर एक दूजे ते भरोसा ही ना होवे, विश्वास ही ना होवे, वो भावें उपरों मिलदे होण पर अंतरीव तौर ते बेसुरे रहिंदे हन। इसे तरह साडा भी जदों विश्वास टुट जाता है, शरदा भावनी विच विघन पै जाता है, सो अंतरात्मे प्रीत डोरी मौजूद होंदी है पर उस नाल साडी लेवा देवी नहीं होंदी। इस कारण अंदरली जिहड़ी गुरप्रसाद दी दात साडे अंदर वरत रही है, विश्वास ना होने कारण, शरदा भावनी दी घाट होने कारण असी उसका लाहा नहीं लै रहे। सो इस विच साडी अणगहली अज्ञानता दा ही दोष है, गुरप्रसाद दा दोष नहीं। जो दिल मिलिया सो मिल रहा, मिलिया कहिए रे सोए, मिलिया मिलिया ना मिले, मिले मिलिया जे होए, अंतर आत्मा जो मिले मिलिया कहिए सोए। सो गुरप्रसाद तो सखणे होण दे जिहड़े अंदर बाहर हर पासे गुरप्रसाद वरत रहे, उसके मुढ़ले कारण की हन फिर दोहरा दईए। पहला तो है परमेश्वर दी होण तो शरदाहीन होके उसनूं भुल जाना जां उस तों बेमुख हो जाना। दूसरा है परमेश्वर दी बख्शिश जां गुरप्रसाद तो अनजान जां अवेसले होना। तीसरा है परमेश्वर दे हुक्म रूपी इलाही वेग जां रवानगी तो अपनी चतराई ते सियाणप द्वारा बेसुर होके रब्बी प्यार दी तार नालों टुट जाना। परमेश्वर ते भुलिया व्यापन सभे रोग, वेमुख होए राम ते लगन जन्म विजोग। सो पहला कारण जिहड़ा भुल सी उसदा तां असीं इलाज देख लिया कि हर एक दात नाल परमेश्वर दा सिमरन करना, उसनूं याद करना। दूसरा कारण गुरप्रसाद दी बख्शिश तो वांझे होण दा कि गुरप्रसाद तो अनजान होना, पर हुण तां सानूं सोझी होआ ही महापुरखां दे लेख द्वारा। सो दूसरे कारण दा भी हल हो गया। हुण तीसरा कारण जो अंदर गुरप्रसाद दी दात प्रीत डोरी वरत रही है, उस तो की है बेसुरा जां विश्वास दी घाट होनी। सो इसदा इलाज की है? गुरबाणी विच परमेश्वर तो भुलिया ते बेमुख जीवां लई इह उपदेश कीते गए हन कि अंदरली जिहड़ी गुरप्रसाद दी दात नूं माणन लई वो विश्वास कित्थों प्राप्त होंदा है? साध संगत उपजै विश्वास, बाहर भीतर सदा प्रगास, सत्संगत में विसास होए हर जीवत मरत सिगारी। साध संगत बिना भाव नहीं उपजै, भाव बिन भगत नहीं होए तेरी। सत्संगत मिले तां दृढ़ता आवे, हर राम नाम निस्तारे। नानक प्रीत लगी तिन राम स्यों भेटत साध संगात। साध संगत पौ भाव सहज बैराग है, साध संगत पै पाए निज कर पाया। सो पहले दा इलाज सिमरन ते दूसरे दा इलाज संगत महापुरखां दी। इन्हां गुरबाणियां दी पंक्तियां दा सी भाव अर्थ समझ के पाठ करना है ते फिर इन्हां नूं कमाउंदियां होयां मुड़ मुड़ सतगुर दी चरण शरण जाना है, फिर सतगुर प्रसाद दे पात्र होके अपना जीवन सफल करना है। हाँ जी, साध संगत पै पाए निज कर पाया, ये पंक्ति नूं समझ के फिर मुड़ मुड़ साध संगत दी शरण जाके गुरप्रसाद दे पात्र होके अपना जीवन सफल करना है। प्रभु की शरण सगल पै लाथे, दुख बिन सह सुख पाया। दयाल हुआ पार ब्रह्म स्वामी पूरा सतगुर त्याया। प्रभु की शरण गई सब त्याग, गुर सुप्रसन्न पए वडपाग। सो सतगुर ने इस सारी आत्मक खेल दा बड़ा सौखा ते इको एक साधन दस्या है, मिल साध संगत भज केवल नाम। क्योंकि इलाज पढ़ लिया, एक तां है सिमरन, एक है साध संगत। सो एक नुकते विच की है? मिल साध संगत भज केवल नाम। इस सारे लेख दियां विचारां दा निचोड़ हेठां पेश किया जाता है कि गुरप्रसाद इलाही प्यार दा प्रतीक ते प्रगटावा है। हाँ जी, ये गुरप्रसाद प्यार दी गलवकड़ी है, ये उसका निग है, ये उसका लाड लडावना है, उसका खेड खिडावना है, ये उसका उमा है, उसका चाव है, उसका खेड़ा है, उसके प्यार दा उछाल है। हाँ जी, ये गुरप्रसाद उसके प्यार दा उबाल है, उसका रस है, उसका महारस है। इस तरह ये उसके प्यार दा डुल डुल पैना है, प्यारे दी दिल खिचवी तकनी है, उसकी तकनी दा जादू है, उसकी तकनी दा नशा है, इस नशे दी मस्ती है, इस मस्ती दी रौं है, तो इस रौं दी रवानगी है। हाँ जी, ये रवानगी जो रस रूप है, प्रकाश रूप है, सहज सुभाए है, ते सर्व व्यापक है। हाँ जी, गुरप्रसाद दी बात अमुक है। ये तां असीं थोड़ा जिहा
सानू चाह उठे बयान कर देता है। पर एक गुरप्रसाद की बात तां अमुक है, अथाह है, अमित है, अटुट है, सदीवी है, भरपूर है, लगातार है। ये ओत पोत लपटाई है, ये कानून रहत है, ये जोर न मंगण देण ना जोर है। इसदा दाता तां सद बख्शिंद है, सदा मेहरबाना है, अवगुण को ना चितारे है, सर्व गुण भरपूर है, सर्व व्यापक है। गुरप्रसाद की बख्शिशी साडे ख्यालां, वलवलियां, भावनावां ते जीवन दे हर पक्ष विच वरत रही है, क्योंकि जिहड़ी जोत है अंदर उस द्वारा असीं सोचदे हां, भावना भी उस द्वारा उपजदियां हन। सो ये तां सारी उसकी बख्शिश है गुरप्रसाद। ते गुरप्रसाद दे अथाह अमित सदीवी सागर विच असीं जीवंदे थींदे ते वरतदे होए इस विच ही समा जांदे हां, क्योंकि बाहर धरती भी गुरप्रसाद, आकाश भी गुरप्रसाद, हवा भी गुरप्रसाद, ये पेड़ पौधे भी, इंसान भी, खाना पीना भी, ये रस रूप फल भी, ये जड़ा परमात्मा दा हुक्म भी, महापुरखां दा आना भी, उन्हां दी संगत भी, ये गुरबाणी भी, साडे अंदर प्रीत डोरी भी, सब कुछ गुरप्रसाद इस विच ही तां असीं जीवंदे थींदे ते विचरदे हां ते अंत विच इसे विच समा जांदे हां। सो जिस तरह धुप सूरज दी होंद दी प्रतीक जां निशान है, उसे तरह गुरप्रसाद दी परमेश्वर दी होंद दा प्रतीक है। इतनियां बख्शिशां जे हन तां इस गल दा सबूत है कि परमात्मा है। जिथे गुरप्रसाद है उथे परमेश्वर आप है, ते जिथे परमेश्वर है उथे गुरप्रसाद है। इस तरह परमेश्वर ही गुरप्रसाद है ते गुरप्रसाद ही परमेश्वर है। सो ये तां उसदा प्रसाद है, पर साडा भी तां कोई फर्ज बनदा है। इतनियां दातां नूं असीं माणदे हां, हाँ जी, साडा फर्ज बनदा है कि उसका रिस्पॉन्स देइए। किवें? इहो जे सर्व व्यापक, सर्व भरपूर, सर्व सुखदाई, सदीवी, प्रेम स्वरूप गुरप्रसाद दे शुकराने विच सहज सुभाए अटुट सिमरन करना ही साडे जीवन दा मंतव ते मनोरथ है। हाँ जी, जे अकिरत कारण नहीं बनना तां उसदा प्यार दा जवाब देइए, ते ये प्यार दा जवाब देना ही साडे जीवन दा मंतव ते मनोरथ है। वो की कि उसदे शुकराने विच सदी सिमरन करदे रहिए। जे कोई दात माणी, फल फ्रूट खादा, शुक्र है, शुक्र है। जे किसी पेड़ पौधे नूं देखिया, शुक्र है, क्योंकि ये भी उसकी बख्शिश है। इंसान दे दर्शन होए, वो भी शुक्र करके उसनूं माणीए। जे महापुरखां दी संगत नसीब होई, शुक्र करके वाहिगुरू 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 करिए। ते जे गुरबाणी दा रस माणदे हां तां भी शुक्र करके वाहिगुरू वाहिगुरू दा जाप करिए। ते जे अंदर दा रस माणदे हां, प्रीत डोरी नूं अनुभव करदे हां, तां भी उसदे शुक्र विच आके वाहिगुरू वाहिगुरू, यानी शुकराने विच आके शुक्र शुक्र वाहिगुरू वाहिगुरू वाहिगुरू, ये साडा फर्ज बनदा है। देवण हार दातार कित मुख सलाई है, जिस राखे कृपा तार रिजक समाई है। कोई न किसी वस सबना एक तर, पाले बालक वांग दे के आप कर। करदा अनद विनोद किछु न जानिए, सर्व तार समरथ हूं तिस कुर्बानी है। गाइए रात दिनंत गावण जो गया, जो गुर की पैरी पाए तिनी हर रस पो गया। गुरबाणी विचार लेख नंबर 8 गुरप्रसाद। गुरु रू प्यारी साध संगत जी, ये बहुत गहरा लेख है। स्वाब जी दे चरनां 'च बेनती है कि इसनूं बार बार पढ़िए तां थोड़ी बहुत समझ आवेगी। सो ये लिखतां तां गुरमुख प्यारे ने अपने आत्मक अनुभव विचों लिखियां हन, जिथे सानू ये लिखतां जीवन सेध देंदियां हन, उत्थे गुरबाणी दे अंतरीव डूंगे भावां नूं समझ गोचरा करदियां हन। जिवें पहले असीं गुरप्रसाद दा शब्द सुणदे सी तां कोई होर भाव पैदा हुंदा सी, हुण इस दे अंतरीव भाव नूं विचार लिया ते जदों हुण गुरप्रसाद दी पंक्ति गुरबाणी विच आवेगी, सानू कुछ होर डूंगे भेद समझण आणगे ते गुरबाणी दा रस ज्यादा आवेगा। सो जितनियां भी जिस तरह लिखतां आप जी ने लिखियां हन, जदों इन्हां नूं असीं पढ़ के गुरबाणी सुणांगे, सानू गुरबाणी होर भी मिठी लगेगी ते उस विच चुभियां लावण दा जाच आवेगी। सो आप जी दे चरनां 'च बेनती है कि इन्हां लिखतां नूं लिजाओ ते घरां विच पढ़ के इन्हां तों सेध लैके गुरबाणी अनुसार जीवन जी के असीं अपना लोक परलोक सवार सकदे हां जी। वाहिगुरू जी का खालसा, वाहिगुरू जी की फतेह।